ਸਤਨਾਮ। ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾਂ। ਅਸ਼ਟਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇਆ। ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ। ਕਰ ਕਿਰਪਾ ਮੇਲੋ ਹਰ ਰਾਇਆ। ਅਨਕ ਜਨਮ ਭਰਮ ਥਿਤ ਨਹੀਂ ਪਾਈ। ਕਰੂੰ ਸੇਵਾ ਗੁਰ ਲਾਗੂ ਚਰਨ ਗੋਬਿੰਦ ਜੀ ਕਾ। ਮਾਰਗ ਦੇਹੋ ਜੀ ਬਤਾਈ ਰਹਾਉ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਕਰੀਏ ਇਕਾਗਰ। ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ ਜਿਨ੍ਹਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇਹ ਸਮਾਂ ਕਰਮਾਂ ਭਾਗਾਂ ਦੇ ਨਾਲ ਹੀ ਮਨੁੱਖ ਨੂੰ ਪ੍ਰਾਪਤ ਹੁੰਦਾ। ਇਹ ਸਮਾਂ ਸਾਡਾ ਅੰਦਰੋਂ ਜਿਹੜਾ ਵਿਛੋੜਾ ਪਿਆ ਹੋਇਆ ਉਹਨੂੰ ਸਮਝਣ ਦਾ ਹੁੰਦਾ। ਸਮਝ ਕੇ ਪਰਮਾਤਮਾ ਵਾਲੇ ਪਾਸੇ ਨੂੰ ਚੱਲ ਕੇ ਗੁਰੂ ਦੇ ਰਾਹੀਂ, ਗੁਰਪ੍ਰਸਾਦ ਦੇ ਰਾਹੀਂ ਆਤਮਾ ਅਤੇ ਪਰਮਾਤਮਾ ਦਾ ਅਸੀਂ ਮਿਲਾਪ ਕਰਾ ਸਕਦੇ ਹਾਂ। ਅਤੇ ਆਪਣਾ ਉਹ ਜਿਹੜਾ ਜੂਨਾਂ ਦਾ ਜਿਹਨੂੰ ਕਿਹਾ ਜਾਂਦਾ 84 ਦੇ ਗੇੜ 'ਚ ਮਨੁੱਖ ਪਿਆ ਹੋਇਆ, ਪਤਾ ਨਹੀਂ ਕਦੋਂ ਕਦਾ ਇਹ ਜਿਹੜਾ ਵਰਤਾਰਾ ਤੁਰਿਆ ਆਉਂਦਾ। ਗੁਰਬਾਣੀ ਦਾ ਫਰਮਾਨ ਆ, ਕਈ ਜਨਮ ਪਏ ਕੀਟ ਪਤੰਗਾ। ਕਈ ਜਨਮ ਗਜਮੀਨ ਕਰੰਗਾ। ਕਈ ਜਨਮ ਪੰਖੀ ਸਰਪ ਹੋਇਓ। ਕਈ ਜਨਮ ਹੈਬਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ। ਚਿਰੰਕਾਲ ਇਹ ਦੇਹ ਸੰਜਰੀਆ। ਇਹ ਦੇਹੀ ਭਾਵ ਬੜੀ ਅਮੋਲਕ ਆ, ਬੜੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਆ। ਪਰ ਇਸ ਦੇਹੀ ਦੇ ਵਿੱਚ ਆ ਕੇ ਜੇ ਤੂੰ ਆਪਣੇ ਅੰਦਰਲਾ ਕਾਰਜ ਨਾ ਕੀਤਾ, ਜਿਹੜਾ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਕਿ ਕਾਰਜ ਸਭ ਕਰਦਾ ਫਿਰ ਆਹਰ ਸਭ ਕਰਦਾ ਫਿਰੈ। ਆਹਰ ਇੱਕ ਨਾ ਹੋਏ ਜਿਤ ਆਹਰ ਜਗ ਉਧਰੈ। ਬਿਰਲਾ ਬੂਝੈ ਕੋਈ। ਜਾਂ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਇਹ ਅੰਦਰਲਾ ਕਾਰਜ ਉਹ ਗੁਰਮੁਖ ਪਿਆਰੇ ਸਵਾਰ ਲੈਂਦੇ ਆ, ਜਿਹੜੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਗੁਰੂ ਦੇ ਇੱਕ ਇੱਕ ਬਚਨ ਨੂੰ ਬੜੀ ਸ਼ਰਧਾ ਭਾਵਨਾ ਅਤੇ ਅਦਬ ਸਤਿਕਾਰ ਦੇ ਨਾਲ ਸਰਵਣ ਕਰਦੇ ਆ। ਸੋ ਆਪਾਂ ਨੂੰ ਅਮੋਲਕ ਸਮਾਂ ਪ੍ਰਾਪਤ ਹੋਇਆ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਹਨ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਤ, ਸ਼ਾਂਤੀ ਦੇ ਪੁੰਜ ਸਾਨੂੰ
ਸਮਝਾ ਰਹੇ ਹਨ, ਉਹਨਾਂ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਘਰ ਛੇਵਾਂ ਕੀਰਤਨ ਕਰਨ ਦੀ ਤਗੀਦ ਛੇਵੇਂ ਘਰ ਵਿੱਚ ਕੀਤੀ ਜਾ ਰਹੀ ਹੈ। ਅਸ਼ਟਪਦੀ 8 ਪਦਿਆਂ ਵਾਲਾ ਸ਼ਬਦ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਰਸ ਵਿਆਪਕ ਹੈ ਅਤੇ ਮੇਰੇ ਅੰਦਰ ਹੈ, ਮੇਰੀ ਆਤਮਾ ਦਾ ਉਹ ਪ੍ਰਮਾਤਮਾ ਤੋਂ ਵਿਛੋੜਾ ਪਿਆ ਹੋਇਆ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਮਿਲਾਪ ਹੋ ਸਕਦਾ, ਉਹ ਪ੍ਰਮਾਤਮਾ ਨੂੰ ਸਮਝਿਆ ਜਾ ਸਕਦਾ, ਜਾਣਿਆ ਜਾ ਸਕਦਾ ਅਤੇ ਆਨੰਦ ਮਾਣਿਆ ਜਾ ਸਕਦਾ। ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 686 ਅੰਗ ਉੱਪਰ ਸੁਭਾਇਮਾਨ ਹੈ। ਗੁਰਮੁਖ ਪਿਆਰਿਓ, ਹੁਣ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਕੁਝ ਨੁਕਤੇ ਆ ਗੁਰਬਾਣੀ ਨੂੰ ਸਮਝਣ ਦੇ। ਰਹਾਉ ਦੀ ਪੰਗਤੀ ਹੈ ਜਿਹੜੀ, ਉਹ ਸੈਂਟਰਲ ਆਈਡੀਆ ਹੁੰਦੀ ਹੈ, ਉਹਦੇ ਮੁਤਾਬਕ ਸਾਰੇ ਸ਼ਬਦ ਨੇ ਖੁੱਲ੍ਹਣਾ ਹੁੰਦਾ। ਕਈ ਸ਼ਬਦਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 2 ਰਹਾਉ ਦਿੱਤੇ ਹੁੰਦੇ ਆ। ਗੁਰਮੁਖ ਪਿਆਰਿਓ, ਪਹਿਲੇ ਰਹਾਉ ਦੇ ਵਿੱਚ ਆਮ ਤੌਰ 'ਤੇ ਸਵਾਲ ਹੁੰਦਾ, ਦੂਜੇ ਰਹਾਉ ਦੇ ਵਿੱਚ ਉਸ ਸਵਾਲ ਦਾ ਜਵਾਬ ਹੁੰਦਾ। ਜਿਵੇਂ ਹੁਣ ਰਹਾਉ ਦੀ ਪੰਗਤੀ ਹੈ, ਅਨਕ ਜਨਮ ਭਰਮ ਥਿਤ ਨਹੀਂ ਪਾਈ। ਮੈਂ ਅਨੇਕਾਂ ਜਨਮਾਂ ਜਨਮਾਂਤਰਾਂ ਦੇ ਵਿੱਚ ਫਿਰਦਾ ਆਇਆ, ਭਰਮ ਦਾ ਫਿਰਦਾ, ਪਰ ਮੈਨੂੰ ਟਿਕਾਊ ਨਹੀਂ ਮਿਲਿਆ, ਮੈਨੂੰ ਸ਼ਾਂਤੀ ਨਹੀਂ ਮਿਲੀ ਜੀ। ਕਰੂੰ ਸੇਵਾ ਗੁਰ ਲਾਗੂ, ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਰਹਾਓ, ਕਰੂੰ ਸੇਵਾ, ਮੈਂ ਹੁਣ ਗੁਰ ਲਾਗੂ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸੇਵਾ ਕਰਦਾ ਹਾਂ, ਸੇਵਾ ਕਰਨ ਨੂੰ ਤਿਆਰ ਹਾਂ। ਇੱਥੇ ਸੇਵਾ ਇੱਕ ਬਾਹਰਲੀ ਹੁੰਦੀ ਹੈ, ਇੱਕ ਸੇਵਾ ਤੋਂ ਅਰਥ ਹੈ ਸੇਵਨ ਕਰਨਾ। ਭਾਵ ਮੈਂ ਗੁਰੂ ਦੇ ਕੋਲ ਬੈਠ ਕੇ ਹੁਣ ਇਹ ਆਤਮਿਕ ਗਿਆਨ ਨੂੰ ਸੇਵਨ ਕਰਨ ਨੂੰ ਤਿਆਰ ਹਾਂ। ਗੁਰ ਲਾਗੂ, ਕਿਉਂ ਲੱਗਣਾ ਜੀ? ਗੁਰੂ ਦੇ ਦਰ 'ਤੇ ਕਿਉਂ ਆਉਣਾ? ਕੀ ਚਾਹੀਦਾ? ਕਿਉਂਕਿ ਪਹਿਲਾਂ ਜੋ ਸਾਨੂੰ ਚਾਹੀਦਾ ਉਹੀ ਮਿਲੂਗਾ। ਜੇ ਸਾਨੂੰ ਤਿੰਨਾਂ ਗੁਣਾਂ ਦੇ ਵਿੱਚ ਹੀ ਚਾਹੀਦਾ, ਪੁੱਤਾਂ ਧੀਆਂ ਦੇ ਵਿੱਚ ਆਪਾਂ ਜਾਂ ਸੰਸਾਰੀ ਕੰਮ ਕੋਈ ਵੀ ਲਾ ਲਓ, ਵੀ ਆ ਤਿੰਨਾਂ ਗੁਣਾਂ ਦੇ ਵਿੱਚ ਆ ਜੋ ਬਾਹਰਲਾ ਕੰਮ ਆ, ਤਾਂ ਫਿਰ ਉਹ ਮਿਲੂਗਾ। ਜੇ ਬਾਹਰਲੇ ਤੋਂ ਬਾਅਦ ਛੱਡ ਕੇ ਸਾਰਾ ਕੁਝ ਸਿਰਫ ਤੇ ਸਿਰਫ ਅੰਦਰਲਾ ਲੈਣ ਆਵਾਂਗੇ, ਫਿਰ ਅੰਦਰਲਾ ਮਿਲੂਗਾ। ਹੁਣ ਕੀ ਕਰਨ ਆਉਣਾ? ਅਸੀਂ ਸਮਝਾਇਆ ਸਾਨੂੰ ਜਾ ਰਿਹਾ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਗੋਬਿੰਦ ਦਾ, ਪ੍ਰਮਾਤਮਾ ਦਾ, ਵਾਹਿਗੁਰੂ ਦਾ, ਜੀ ਤੋਂ ਮੈਨੂੰ, ਜਿਹੜੇ ਪ੍ਰਮਾਤਮਾ ਤੋਂ ਮੇਰਾ ਵਿਛੋੜਾ ਪਿਆ ਹੋਇਆ, ਜਿਹਦਾ ਕਰਕੇ ਮੈਂ ਜਨਮਾਂ ਜਨਮਾਂਤਰਾਂ ਦੇ ਵਿੱਚ ਭਟਕਦਾ ਆਇਆ, ਅਤੇ ਉਹਦਾ ਮਾਰਗ, ਉਹਦਾ ਰਸਤਾ ਮੈਨੂੰ ਦਿਖਾ ਦਿਓ। ਹੁਣ ਬਾਹਰਲਾ ਕੁਛ ਨਹੀਂ ਲੈਣ ਆਇਆ, ਮਨ ਕੇਵਲ ਉਹ ਪ੍ਰਮਾਤਮਾ ਦਾ ਰਸਤਾ ਦੇਖਣ ਆਇਆ। ਹੁਣ ਰਸਤਾ ਹੀ ਦਿਸੂਗਾ, ਬਾਕੀ ਕੰਮ ਨਹੀਂ ਹੋਣਗੇ। ਰਹਾਉ, ਰਹਾਉ ਦੀ ਪੰਗਤੀ ਹੈ। ਹੁਣ ਸ਼ੁਰੂ ਤੋਂ ਆਪਾਂ ਵਿਚਾਰ ਕਰਾਂਗੇ। ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਹੀ ਮਨੁੱਖ ਜਨਮ ਲੈਂਦਾ, ਇਹ ਤਾਂ ਕਰਕੇ ਸਾਨੂੰ ਮੇਰੇ ਖਿਆਲ ਮੁਤਾਬਕ, ਦੇਖੋ ਗੁਰਬਾਣੀ ਸਮੁੰਦਰ ਆ, ਅਤੇ ਮੱਤ ਨੇ ਜਿੰਨੀ ਕੁ ਪਕੜ ਕਰਨੀ ਹੈ ਉਨੀ ਹੈ। ਇਹਦਾ ਮਤਲਬ ਮੈਨੂੰ ਇਹ ਲੱਗਦਾ ਵੀ ਕੋਈ ਇਹ ਰਹਿ ਨਾ ਜਾਵੇ ਹਉਮੈ 'ਚ, ਹੰਕਾਰ 'ਚ, ਕਿ ਮੇਰਾ ਤਾਂ ਜਨਮ ਤੋਂ ਹੀ ਹੋਇਆ ਜੀ, ਮੇਰਾ ਤਾਂ ਜੀ ਜਨਮ ਤੋਂ ਹੀ ਮਿਲਾਪ ਆ। ਨਹੀਂ, ਸਾਡੇ ਸਾਰਿਆਂ 'ਤੇ ਅਸਰ ਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿ ਵਰਤਾਇਆ। ਮਾਇਆ ਦੇ ਦੇਸ਼ ਦੇ ਵਿੱਚ ਆ ਕੇ ਹੁਣ ਮਾਇਆਵਾਦੀ ਸੁਭਾਅ ਬਣਨਾ ਸੁਭਾਵਕ ਆ। ਇਸ ਗਰਭ ਦੇ, ਮਾਤਾ ਦੇ ਗਰਭ 'ਚੋਂ ਨਿਕਲ ਗਏ ਅਤੇ ਮਾਇਆ ਦੇ ਗਰਭ 'ਚ ਆ ਗਏ। ਹੁਣ ਇਦੋਂ ਅੱਗੇ ਨਿਕਲਣਾ। ਸਤਿਗੁਰ ਕੈ ਜਨਮ ਹੈ ਗਗਨ ਮਿਟਾਇਆ। ਇਹ ਸਤਿਗੁਰੂ ਦੇ ਲੜ ਲੱਗ ਕੇ ਉਹ ਆਵਾਗਾਉਣ ਅੰਦਰ ਜਿਹੜਾ ਹੋ ਰਿਹਾ ਇਸ ਟਾਈਮ, ਫਿਰ ਉਦੋਂ ਬਾਅਦ ਸਥੂਲ ਹੋਵੇਗਾ। ਜੇ ਹੁਣੇ ਹੀ ਖਤਮ ਕਰ ਦਿਆਂਗੇ, ਜੜ ਹੀ ਖਤਮ ਕਰ ਦਿਆਂਗੇ, ਫਿਰ ਅਗਲਾ ਫਿਕਰ ਮੁੱਕ ਜੂਗਾ। ਜੋ ਜੋ ਜੂਨੀ ਆਇਓ, ਜੋ ਵੀ ਮਨੁੱਖਾ ਜਨਮ ਦੇ ਵਿੱਚ ਆਇਆ, ਤਿਹ ਤਿਹ ਉਰਝਾਇਓ। ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਹਨ, ਭਾਈ ਸਾਡੀ ਨਿਗਾਹ ਦੇ ਵਿੱਚ ਸਾਰਾ ਹੀ ਅਲਝੇ ਹੋਏ ਆ, ਮਾਇਆ ਦਾ ਅਸਰ ਸਾਰਿਆਂ 'ਤੇ ਆ। ਮਾਨਸ ਜਨਮ ਸੰਜੋਗ ਪਾਇਆ।
ਇਹ ਮਨੁੱਖਾ ਜਨਮ ਆ ਜਿਹੜਾ ਇਹ ਸੰਜੋਗਾਂ ਦੇ ਨਾਲ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ, ਜਾਂ ਕਹਿ ਲਈਏ ਜਿਹੜੇ ਇਸ ਜਨਮ ਦੇ ਵਿੱਚ ਆ ਕੇ ਗੁਰੂ ਨਾਲ ਜੁੜ ਕੇ ਆਤਮਿਕ ਜੀਵਨ ਪ੍ਰਾਪਤ ਕਰ ਲੈਂਦੇ ਆ, ਉਹ ਜਨਮ ਜਿਹੜਾ ਸੰਜੋਗ ਪਾਇਆ ਸੰਜੋਗਾਂ ਦੇ ਨਾਲ ਪ੍ਰਾਪਤ ਹੁੰਦਾ। ਸੰਜੋਗ ਕਰਨਾ ਪਰਮਾਤਮਾ ਦੇ ਨਾਲ ਜ਼ਰੂਰੀ ਹੈ, ਤਾਂ ਸਾਡਾ ਆਵਾਗਮਨ ਖਤਮ ਹੋਵੇਗਾ। ਤਾਂ ਕੀ ਹੈ ਓਟ ਸਾਧ ਰਾਖੋ ਦੇ ਹਾਥ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਤਾਂ ਕੀ ਹੈ ਓਟ, ਮੈਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਮੇਰਾ ਉਹ ਕਾਰਜ ਹੋਣ ਵਾਲਾ, ਮੈਂ ਬੜੀ ਮੁਸ਼ਕਲ ਦੇ ਵਿੱਚ ਆ, ਤੇ ਹੁਣ ਮੈਂ ਕੀ ਕੀਤਾ, ਹੁਣ ਮੈਂ ਤੇਰੀ ਓਟ ਤੱਕ ਲਿਆ, ਤੇਰਾ ਆਸਰਾ ਤੱਕ ਲਿਆ। ਕਿਹਦਾ? ਤਾਂ ਕੀ ਹੈ ਓਟ ਸਾਧ, ਸਾਧ ਦੀ ਓਟ। ਸਾਧ ਕੌਣ ਆ? ਸਾਡੇ ਵਾਸਤੇ ਜਿਹੜਾ ਸਾਧਿਆ ਗਿਆ। ਹੁਣ ਸਾਨੂੰ ਕੀ ਪਤਾ ਵੀ ਕੋਈ ਬਾਹਰੋਂ ਦੇਖ ਕੇ ਕਿਵੇਂ ਅਸੀਂ ਚੈੱਕ ਕਰ ਸਕਦੇ ਹਾਂ ਕਿਹੜਾ ਮੀਟਰ ਆ ਵੀ ਇਹ ਸਾਧਿਆ ਗਿਆ। ਇਸ ਕਰਕੇ ਸਾਡੇ ਵਾਸਤੇ ਸਾਰਾ ਕੁਝ ਸਾਧ ਸੰਤ ਜੋ ਵੀ ਗਿਆਨ ਲੈਣਾ, ਇਹ 35 ਮਹਾਂਪੁਰਖ ਆ ਸਾਡੇ ਵਾਸਤੇ, 35 ਹੋਈ ਸਾਧ ਆ, ਇਹ 35 ਹੋਈ ਸੰਤ ਆ। ਇਹਨਾਂ ਦੇ ਲੜ ਲੱਗਣਾ, ਭਾਵ ਗੁਰਬਾਣੀ ਦੇ ਲੜ ਲੱਗਣਾ। ਅਸੀਂ ਇੱਥੋਂ ਸਾਡੇ ਮਨ ਦੀ ਸਾਧਨਾ ਹੁੰਦੀ ਹੈ। ਇਹ ਅੱਗੇ ਪਤਾ ਵੀ ਲੱਗ ਜੂ, ਕਲੀਅਰ ਵੀ ਹੋ ਜੂਗਾ। ਮੈਂ ਹੇ ਗੁਰੂ ਜੀ ਤੁਹਾਡੀ ਓਟ ਤੱਕ ਲਈ ਹੈ, ਰਾਖੋ ਦੇ ਕਰ ਹਾਥ, ਮੇਰੇ ਸਿਰ 'ਤੇ ਹੱਥ ਰੱਖੋ, ਭਾਵ ਮੈਨੂੰ ਅਕਲ ਨਹੀਂ, ਮੈਨੂੰ ਮੱਤ ਨਹੀਂ, ਮੇਰੇ ਸਿਰ 'ਤੇ ਹੱਥ ਰੱਖ ਕੇ ਗਿਆਨ ਦਾ ਮੈਨੂੰ ਅਕਲ ਮੱਤ ਦੇਵੋ, ਮੈਨੂੰ ਉਹ ਰਸਤਾ ਦਿਸ਼ੇ, ਮੇਰੇ ਅੰਦਰ ਚਾਨਣ ਕਰੋ। ਅਗਿਆਨਤਾ ਦਾ ਕਰਕੇ, ਮਾਇਆ ਦਾ ਕਰਕੇ ਮੇਰੇ ਅੰਦਰ ਹਨੇਰਾ। ਮੈਨੂੰ ਪਤਾ ਲੱਗਿਆ ਵੀ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਤੋ ਇਸ ਕਰਕੇ हे ਗੁਰੂ ਸਾਧੂ, हे ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਮੈਨੂੰ ਅਕਲ ਦਿਓ, ਮੈਨੂੰ ਮੱਤ ਦਿਓ, ਕਿਰਪਾ ਕਰੋ ਮੇਰੇ ਤੇ, ਮੇਲੋ ਹਰ ਰਾਇਆ, ਮੈਨੂੰ ਹਰੀ ਰਾਜਾ ਮਿਲਾ ਦੇਵੋ, ਤਾਂ ਕਿ ਮੇਰੀ ਜਿਹੜੀ ਜੂਨਾਂ ਦੇ ਵਿੱਚ ਪੈਣ ਦੀ ਜਿਹੜੀ 84 ਦਾ ਗੇੜ ਆ, ਜਿਹੜਾ ਮੈਂ ਕਦੇ ਮਰਦਾ ਕਬੂ ਜੀੜਾ ਉਬ ਚੜ੍ਹਦਾ, ਕਬੂ ਜਾਏ ਪਿਆਲੇ ਲੋਭੀ ਜੀੜਾ, ਥਿਰ ਨਾ ਰਹਿਤਾ ਚਾਰੇ ਕੁੰਟਾ ਭਾਲੇ, ਮੇਰਾ ਵੀ ਕਲਿਆਣ ਹੋ ਜੇ, ਮੈਨੂੰ ਅਕਲ ਮੱਤ ਦਿਓ ਜੀ। ਅਨਕ ਜਨਮ ਪਰਮ ਥਿਤ ਨਹੀਂ ਪਾਈ, ਅਨੇਕਾਂ ਜਨਮ ਭਰਮਦਾ ਆਇਆ ਪਰ ਸ਼ਾਂਤੀ ਨਹੀਂ ਮਿਲੀ। ਕਰੂੰ ਸੇਵਾ ਗੁਰ ਲਾਗੂ ਚਰਨ ਗੋਬਿੰਦ ਜੀ ਕਾ, ਮਾਰਗ ਦੇਹੋ ਜੀ ਬਤਾਈ ਰਹਾਓ। ਮੈਂ ਤੁਹਾਡੀ ਸੇਵਾ ਚਾਕਰੀ ਕਰਨ ਨੂੰ ਤਿਆਰ ਹਾਂ। ਨੌਕਰੀ ਤੇ ਚਾਕਰੀ 'ਚ ਫਰਕ ਹੁੰਦਾ, ਨੌਕਰੀ ਮਜਬੂਰੀ 'ਚ ਕੀਤੀ ਜਾਂਦੀ ਹੈ, ਚਾਕਰੀ ਚਾਅ ਨਾਲ ਕਰੀ ਜਾਂਦੀ ਹੈ ਭਾਈ। ਮੈਂ ਤੇਰੀ ਨਾ ਚਾਕਰੀ ਕਰਨ ਨੂੰ ਤਿਆਰ ਹਾਂ, ਚਾਅ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਸੱਚ ਦਾ ਰਸਤਾ ਦਿਖਾ ਦੇਵੋ। ਅਨਕੋ ਪਾਪ ਕਰੂੰ ਮਾਇਆ ਕੋ, ਬਚਿਤ ਧਰੂੰ ਮੇਰੀ ਮੇਰੀ ਕਰਤ ਸਦ ਹੀ ਬਿਹਾਵੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਘਾਟੈ ਜਮ ਕੀ ਫੰਦਾ। ਹੁਣ ਜਦੋਂ ਗੁਰੂ ਨੇ ਸਿਰ 'ਤੇ ਹੱਥ ਰੱਖਣਾ, ਫਿਰ ਬਿਮਾਰੀ ਪੁੱਛਣੀ ਹੈ, ਦੱਸ ਭਾਈ ਕਿੰਨੀ ਕੁ ਬਿਮਾਰੀ ਹੈ, ਕਿੱਥੇ ਕੁ ਜੇ ਖੜਾਂ। ਤਾਂ ਜਿਹਨੇ ਸਬਰਨਾ, ਜਿਹੜਾ ਸਿੱਖ ਬਣਨਾ ਜਿਹਨੇ, ਉਹ ਕੀ ਕਹਿੰਦਾ, ਮੈਂ ਜੀ ਬੜੇ ਯਤਨ ਕਰਦਾ, ਅਨਕ ਉਪਾਵ ਕਰੂੰ, ਕਰਦਾ ਹਾਂ। ਊੜੇ ਨੂੰ ਮੂੰਹ ਬੰਦਾ ਤੇ ਔਂਕੜ ਹੈ, ਇਹਦਾ ਮਤਲਬ ਮੇਰੇ ਤੇ ਆ। ਮੈਂ ਸਾਰੀ ਬਾਣੀ ਹੀ ਵੈਸੇ ਤਾਂ ਸਮਝ ਗੱਲ ਉਦੋਂ ਬਣਨੀ ਸ਼ੁਰੂ ਹੋਣੀ ਹੈ ਜਦੋਂ ਅਸੀਂ ਸਮਝਾਂਗੇ ਕਿ ਮੈਂ ਬੁਰਾ ਤੇ ਮੈਨੂੰ ਸਮਝਾਇਆ ਜਾ ਰਿਹਾ ਮੈਂ ਚੰਗਾ ਬਣਨਾ। ਜਿਹੜਾ ਇਹ ਗੱਲ ਸਮਝ ਗਿਆ, ਇਹ ਪੁਆਇੰਟ ਤੋਂ ਸ਼ੁਰੂ ਹੋ ਗਿਆ, ਤੇ ਉਹ ਸਬਰਨਾ ਸ਼ੁਰੂ ਹੋ ਜੂ। ਮੈਂ ਜੀ ਕਿਵੇਂ ਵਿਗੜਿਆ ਹੋਇਆ, ਅਨੇਕਾਂ ਉਪਾਅ ਕਰਦਾ, ਪਰ ਮਾਨਾ ਨਾ ਜਿਹੜਾ। ਸੱਚੀ ਗੱਲ ਹੈ ਇਹ। ਮਾਇਆ ਕੋ, ਰੱਬ ਦੇ ਨਾਮ ਵੱਲ ਜਾਂਦਾ ਹੀ ਨਹੀਂ, ਮੇਰਾ ਮਨ ਮਾਇਆ 'ਤੇ ਹੀ ਖੜ ਗਿਆ, ਆ ਗੋਲਕ ਤੱਕ ਹੀ ਖੜ ਗਿਆ, ਤਾਹਾਂ ਨੂੰ ਆਉਂਦਾ ਹੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ। ਮਾਇਆ ਕੋ ਬਚਿਤ ਧਰੂ, ਮੇਰਾ ਚਿੱਤ ਇੱਧਰਲੇ ਪਾਸੇ ਲੱਗ ਗਿਆ, ਮੇਰੀ ਮੇਰੀ ਕਰਤ ਸਦ ਹੀ ਬਿਹਾਵੈ। ਇਸ ਕਰਕੇ ਮੇਰੇ 'ਚ ਹਉਮੈ ਹੋ ਗਈ, ਹੰਕਾਰ ਵੀ ਹੈ, ਅਤੇ ਮਾਇਆ ਵੱਲ ਵੀ ਮੇਰਾ ਮਨ ਜਾਂਦਾ, ਸਦਾ ਹੀ ਇੱਧਰਲੇ ਪਾਸੇ ਨੂੰ ਜਾਂਦਾ, ਸੱਚ ਵਾਲੇ ਪਾਸੇ ਨੂੰ ਜਾਂਦਾ ਹੀ ਨਹੀਂ। ਆਹ ਬਿਮਾਰੀ ਹੈ ਜੀ। ਕੋਈ ਐਸੋ ਰੇ ਭੇਟੈ ਸੰਤ, ਹੁਣ ਕੋਈ ਵੀ ਐਸੋ ਰੇ, ਕੋਈ ਐਸਾ ਹੈ ਭਾਈ ਸੰਤ, ਕੋਈ ਮਿਲੇ ਮੈਨੂੰ ਸੰਤ। ਮੈਨੂੰ ਆਹ ਬਿਮਾਰੀ ਹੈ ਵੀ ਮੇਰਾ ਮਨ ਮਾਇਆ ਵਾਲੇ ਪਾਸੇ ਨੂੰ ਜਾਂਦਾ, ਤੇ ਇੱਕ ਆ ਮੈਨੂੰ ਹਉਮੈ।
ਇਹ ਦੋ ਚੀਜ਼ਾਂ ਤੋਂ ਕੋਈ ਬਚਿਆ ਸੰਤ ਹੈਗਾ ਵੀ ਕਿਸੇ ਸੰਤ ਨੂੰ ਹਉਮੈ ਨਾ ਹੋਵੇ ਤੇ ਮਾਇਆ ਵਾਲੇ ਪਾਸੇ ਨੂੰ ਨਾ ਹੋਵੇ? ਜੇ ਕੋਈ ਹੈਗਾ ਭਾਈ ਮੈਨੂੰ ਕਿਰਪਾ ਕਰਕੇ ਮਿਲਾ ਦਿਓ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਮੇਰੀਆਂ ਸਾਰੀਆਂ ਚਿੰਤਾਵਾਂ ਮਿਟਾ ਦੇਵੇ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਠਾਕਰ ਸਿਉ ਮੇਰਾ ਰੰਗ ਲਾਵੈ, ਠਾਕਰ ਨਾ ਮਾਲਕ ਨਾ ਮੇਰਾ ਰੰਗ ਲਾ ਦੇਵੇ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਕੋਈ ਐਸਾ ਸੰਤ ਹੈਗਾ ਜਿਹੜਾ ਮੈਨੂੰ ਮਾਇਆ ਵਾਲੇ ਪਾਸਿਓਂ ਰੋਕ ਕੇ ਪਰਮਾਤਮਾ ਵਾਲੇ ਪਾਸੇ ਲਾ ਦੇਵੇ। ਪੜੇ ਰੇ ਸਗਲ ਵੇਦ, ਨਹਿ ਚੂਕੈ ਮਨ ਭੇਦ, ਇੱਕ ਖਿਨ ਨਾ ਧੀਰਹਿ ਮੇਰੇ ਘਰ ਕੇ ਪੰਚਾ। ਬੜੇ ਵੇਦ ਪੜ੍ਹ ਲਏ, ਬੜੀਆਂ ਪੜ੍ਹਾਈਆਂ ਪੜ੍ਹ ਲਈਆਂ, ਬੜਾ ਬਾਹਰਲਾ ਗਿਆਨ ਲੈ ਲਿਆ, ਬੜਾ ਦੁਨੀਆ ਦੇ ਵਿੱਚ ਮੈਂ ਸਿਆਣਾ, ਬੜੀ ਮਾਇਆ ਕਮਾ ਲਈ, ਦੁਨੀਆ ਭਾਦਾ ਮੈਂ ਸਫਲ ਇਨਸਾਨ ਹਾਂ। ਪਰ ਹੇ ਗੁਰੂ, ਮੇਰੇ ਅੰਦਰ ਜਿਹੜੀ ਕਲ ਹੋ ਰਹੀ ਹੈ ਉਹ ਨਹੀਂ ਕੋਈ ਜਾਣਦਾ। ਸਾਰੇ ਵੇਦ ਪੜ੍ਹ ਕੇ ਸਾਰਾ ਗਿਆਨ ਬਾਹਰਲਾ ਲੈ ਕੇ ਅੰਦਰਲਾ ਕਾਰਜ ਨਹੀਂ ਹੋਇਆ। ਪੜੇ ਰੇ ਸਗਲ ਵੇਦ, ਨਹਿ ਚੂਕੈ ਮਨ ਭੇਦ। ਮਨ ਦੇ ਵਿੱਚ ਜਿਹੜਾ ਭੇਦ ਆ ਪਰਮਾਤਮਾ ਤੋਂ ਵਾਹਿਗੁਰੂ ਤੋਂ ਪਿਆ ਹੋਇਆ ਉਹ ਨਹੀਂ ਖਤਮ ਹੋਇਆ। ਇੱਕ ਖਿਨ ਨਾ ਧੀਰਹਿ ਮੇਰੇ ਘਰ ਕੇ ਪੰਚਾ। ਇਹ ਜਿਹੜੇ ਮੇਰੇ ਘਰ ਦੇ ਮੁਜਾਰੇ ਆ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਕ ਖਿਨ ਜਿੰਨਾ, ਇੱਕ ਖਿਨ ਤਿਲ ਜਿੰਨੀ ਵੀ, ਇੰਨੀ ਵੀ ਥੋੜਾ ਸਮਾਂ ਵੀ ਇਹ ਨਹੀਂ ਧੀਰਜਦੇ, ਨਹੀਂ ਮੇਰੇ ਆਖੇ ਲੱਗਦੇ। ਅੰਦਰ ਤਾਂ ਮੇਰੇ ਬੁਰਾ ਹਾਲ ਹੋਇਆ ਪਿਆ ਜੀ। ਕੋਈ ਐਸੋ ਰੇ ਭਗਤ, ਹੁਣ ਜਦੋਂ ਬਿਮਾਰੀ ਲੱਗਦੀ ਹੈ ਸਿਆਣੇ ਕਹਿੰਦੇ ਆ ਵੀ ਕੋਠੇ ਤੇ ਚੜ੍ਹ ਕੇ ਆਵਾਜ਼ ਮਾਰਨੀ ਚਾਹੀਦੀ ਹੈ। ਕੋਈ ਐਸੋ ਰੇ ਭਗਤ, ਕੋਈ ਐਸਾ ਹੈ ਭਾਈ ਭਗਤ। ਕਿਹੋ ਜਿਹਾ ਜੀ? ਬਹੁਤ ਆ ਜਾਂਦੇ ਆ, ਪਰ ਨਾਲ ਇੱਕ ਸ਼ਰਤ ਵੀ ਆ, ਜੋ ਮਾਇਆ ਤੇ ਰਹਿਤ, ਜੋ ਤਿੰਨਾਂ ਗੁਣਾਂ ਤੋਂ ਉੱਪਰ ਹੋਵੇ, ਮਾਇਆ ਤੋਂ ਰਹਿਤ ਹੋਵੇ। ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ, ਤੇ ਅੰਮ੍ਰਿਤ ਨਾਮ ਮੇਰੇ ਹਿਰਦੇ ਦੇ ਵਿੱਚ ਸਿੰਚ ਦੇਵੇ। ਐਸਾ ਸੰਤ ਕੋਈ ਹੈਗਾ ਜੀ? ਹਾਂਜੀ ਹੈਗਾ, ਗੁਰੂ ਗ੍ਰੰਥ ਸਾਹਿਬ ਹੈਗੇ ਆ। ਅਸੀਂ ਠੋਕ ਕੇ ਕਹਿ ਸਕਦੇ ਹਾਂ ਵੀ ਹਾਂ ਗੁਰੂ ਗ੍ਰੰਥ ਸਾਹਿਬ ਹੈਗੇ ਆ। ਇਹ ਸਾਰੇ ਕੰਮ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਹੋਣੇ ਆ, ਹੋਰ ਕਿਸੇ ਤੋਂ ਨਹੀਂ ਹੋਣੇ ਭਾਈ, ਇਹ ਧਿਆਨ ਰੱਖ ਲਿਓ। ਗੁਰੂ ਕੋਲ ਹੀ ਕੁੰਜੀ ਆ, ਗੁਰੂ ਦੀ ਗਿਆਨ ਦੀ ਕੁੰਜੀ ਦੇ ਨਾਲ ਹੀ ਤਾਲਾ ਖੁੱਲ੍ਹਣਾ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਕੋਈ ਐਸੋ ਰੇ ਭਗਤ, ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ। ਜੇ ਤੇਰੇ ਤੀਰਥ ਨਹਾਏ, ਆਹਾਂ ਬੁੱਧ ਮੈਲ ਲਾਏ, ਘਰ ਕੋ ਠਾਕਰ ਇੱਕ ਤਿਲ ਨਾ ਮਾਨੈ। ਬੜਾ ਘੁੰਮ ਘੁਮਾ ਕੇ ਆ ਗਿਆ ਜੀ, ਬੜਾ ਕੁਝ ਕਰ ਲਿਆ। ਜੇ ਤੇਰੇ ਤੀਰਥ ਨਹਾਏ, ਬੜੇ ਤੀਰਥਾਂ ਤੇ ਇਸ਼ਨਾਨ ਕੀਤੇ, ਬੜੇ ਦੂਰ ਦੂਰ ਤੱਕ ਗਿਆ। ਅਖੀਰ ਹੋਇਆ ਕਿ ਆਹਾਂ ਬੁੱਧ ਸਗੋਂ ਹਉਮੈ ਵੱਧ ਗਈ ਵੀ ਮੈਂ ਇੱਥੇ ਜਾਇਆ, ਮੈਂ ਉੱਥੇ ਜਾਇਆ। ਅੰਦਰਲਾ ਕੰਮ ਸੀ ਜਿਹੜਾ ਉਹ ਤਾਂ ਹੁਣ ਹੋਇਆ ਨਹੀਂ, ਬਾਹਰੋਂ ਸਗੋਂ ਹਉਮੈ ਵੱਧ ਗਈ। ਆਹਾਂ ਬੁੱਧ ਮੈਲ ਲਾਏ, ਇਹਨੂੰ ਕਹਿੰਦੇ ਆ ਮੈਲ। ਇਸ ਤਰ੍ਹਾਂ ਮੈਲ ਲੱਗਦੀ ਜਾਂਦੀ ਹੈ, ਪਰਮਾਤਮਾ ਤੋਂ ਦੂਰੀ ਮਨੁੱਖ ਦੀ ਵੱਧਦੀ ਜਾਂਦੀ ਹੈ। ਘਰ ਕੋ ਠਾਕਰ ਇੱਕ ਤਿਲ ਨਾ ਮੰਨੈ, ਜਿਹੜਾ ਅੰਦਰ ਬੈਠਾ, ਘਰੇ ਹੀ ਬੈਠਾ, ਜਾਣਾ ਤਾਂ ਮੈਂ ਅੰਦਰ ਨੂੰ ਸੀ। ਹੁਣ ਦੇਖੋ ਮਨ ਵਿਚਾਲੇ ਆ, ਜਿਵੇਂ ਪੈਂਡੂਲਮ ਚੱਲਦਾ ਹੁੰਦਾ, ਇੱਕ ਪਾਸੇ ਹੈਗੀ ਆ ਆਤਮਾ ਤੇ ਉੱਥੋਂ ਪਰਮਾਤਮਾ ਵਾਲੇ ਪਾਸੇ ਨੂੰ ਰਾਹ ਜਾਂਦਾ। ਇੱਕ ਆ ਸਰੀਰ, ਸਰੀਰਕ ਕਰਮ ਕਾਂਡਾਂ ਵਾਲੇ ਪਾਸੇ ਨੂੰ ਰਾਹ ਜਾਂਦਾ। ਮਨ ਹੁਣ ਸਰੀਰਕ ਕੰਮ ਕਰਨ ਲੱਗ ਗਿਆ, ਅੰਦਰ ਨੂੰ ਤਾਂ ਗਿਆ ਹੀ ਨਹੀਂ, ਸਿੱਧੇ ਪਾਸੇ ਨੂੰ ਤਾਂ ਗਿਆ ਹੀ ਨਹੀਂ। ਬਿਲਕੁਲ ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖ ਰੱਬ ਤੋਂ ਉਲਟ ਕੰਮ ਕਰ ਕਰਕੇ ਆਪ ਹੀ ਫਸੀ ਜਾਂਦਾ। ਬਾਹਰਲੇ ਕੰਮ ਕਰ ਕਰਕੇ ਆਪਣਾ ਸਮਾਂ ਬਰਬਾਦ ਕਰਦਾ, ਅੰਦਰਲਾ ਦਾ ਕੰਮ ਕੀਤਾ ਹੀ ਨਹੀਂ। ਅੰਦਰ ਬੈਠਾ ਉਹ ਦੇਖਦਾ ਵੀ ਦੇਖ ਕੀ ਕਰਦਾ, ਦੇਖ ਕਿਵੇਂ ਹਉਮੈ ਕਰੀ ਫਿਰਦਾ। ਪਰ ਅੰਦਰਲੇ ਦਾ ਤਿਲ ਜਿੰਨਾ ਵੀ ਨਹੀਂ ਮੰਨਦਾ, ਅੰਦਰ ਨੂੰ ਤੱਕ ਜਾਂਦਾ ਹੀ ਨਹੀਂ। ਕਦ ਪਾਵੂੰ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ਼ਨਾਨੈ। ਕਦ ਪਾਵੂੰ ਸਾਧ ਸੰਗ,
ਹੁਣ ਕਸ਼ਿਸ਼ ਪੈਦਾ ਹੋ ਗਈ, ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਮਿਲਾਪ। ਜਦੋਂ ਮਨੁੱਖ ਨੇ ਗੁਰਬਾਣੀ ਨੂੰ ਸਮਝ ਲਿਆ, ਬਾਹਰਲੇ ਕੰਮ ਕਰਨੇ ਛੱਡ ਦਿੱਤੇ, ਤੇ ਹੁਣ ਅੰਦਰਲੀ ਇੱਛਾ ਜਾਗੂ। ਉਨਾ ਚਿਰ ਨਹੀਂ ਜਾਗਣੀ ਭਾਈ ਜਿੰਨਾ ਚਿਰ ਤਿੰਨਾਂ ਗੁਣਾਂ ਦੇ ਵਿੱਚ ਆ। ਇਸੇ ਕਰਕੇ ਗੁਰਬਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਗੁਰਬਾਣੀ ਦੇ ਸੱਚੇ ਗਿਆਨ ਤੋਂ ਬਿਨਾਂ। ਕਦ ਪਾਵੂੰ ਸਾਧ ਸੰਗ, ਹੁਣ ਮੈਂ ਕਦੋਂ ਗੁਰੂ ਦਾ ਸਾਧੂ ਦਾ ਸੰਗ ਕਰਾਂ। ਹਰ ਹਰ ਸਦਾ ਆਨੰਦ, ਕਿਉਂਕਿ ਗੁਰੂ ਦਾ ਸੰਗ ਕਰਕੇ ਮੈਂ ਪ੍ਰਮਾਤਮਾ ਤੱਕ ਪਹੁੰਚ ਸਕਦਾ, ਆਨੰਦ ਤੱਕ ਪਹੁੰਚ ਸਕਦਾ। ਗਿਆਨ ਅੰਜਨ ਮੇਰਾ ਮਨ ਇਸ਼ਨਾਨ ਹੈ, ਬਾਹਰਲੇ ਇਸ਼ਨਾਨ ਛੱਡ ਕੇ ਹੁਣ ਮੈਂ ਗੁਰੂ ਦੇ ਦੁਆਰੇ ਤੇ ਆ ਗਿਆ। ਤੀਬਰ ਇੱਛਾ ਲੈ ਕੇ ਹੁਣ ਮੇਰਾ ਬਸ ਐਂ ਮਨ ਕਰੀ ਜਾਂਦਾ ਵੀ ਕਦ ਪਾਊਂ, ਕਦ ਪਾਊਂ, ਮੇਰੀ ਵਾਰੀ ਕਦੋਂ ਆਊਗੀ, ਕਦ ਪਾਵੂੰ ਸਾਧ ਸੰਗ। ਇਹੋ ਜਿਹਾ ਗੁਰੂ ਸਾਧੂ ਦਾ ਸੰਗ ਮੈਨੂੰ ਕਦੋਂ ਪ੍ਰਾਪਤ ਹੋਊਗਾ, ਜਦੋਂ ਮੈਂ ਆਨੰਦਿਤ ਅਵਸਥਾ ਪ੍ਰਾਪਤ ਕਰ ਲੂੰ। ਗਿਆਨ ਅੰਜਨ, ਕਦੋਂ ਗਿਆਨ ਦੇ ਅੰਜਨ ਵਿੱਚ ਮੇਰਾ ਮਨ ਇਸ਼ਨਾਨ ਹੈ। ਮੇਰਾ ਮਨ ਕਿਵੇਂ ਇਹ ਗਿਆਨ ਦੇ ਵਿੱਚ ਇਸ਼ਨਾਨ ਕਰੂਗਾ, ਕਦੋਂ ਅੰਦਰਲਾ ਇਸ਼ਨਾਨ ਕਰੂਗਾ। ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ, ਬਵੇਕਹੀਨ ਦੇਹੀ ਧੋਏ। ਸਗਲ ਆਸ਼ਰਮ ਕੀਨੇ, ਬਹੁਤ ਤਰੀਕੇ ਵਰਤ ਲਏ, ਕਿਉਂਕਿ ਅੰਦਰ ਨੂੰ ਤਾਂ ਕੋਈ ਜਾਂਦਾ ਹੀ ਨਹੀਂ। ਬਾਰ-ਬਾਰ ਹੁਣ ਜੋ ਮਰਜ਼ੀ, ਬਿਮਾਰੀ ਤਾਂ ਅੰਦਰ ਆ। ਚੂਹਾ ਤਾਂ ਬੈਠਾ ਖੁੱਡ ਦੇ ਵਿੱਚ ਤੇ ਖੁੱਡ ਕੁੱਟੀ ਜਾਂਦੇ ਆ। ਫੇਰ ਨਹੀਂ ਨਾ ਬਰਮੀ ਮਾਰੀ, ਸਾਪ ਨਾ ਮਰੈ। ਸੱਪ ਤਾਂ ਮਰਦਾ ਨਹੀਂ, ਸੱਪ ਤਾਂ ਤੀਰਾਂ ਨਾ ਮਰਨਾ ਗੁਰੂ ਦੇ ਜਦੋਂ ਅਣਿਆਲੇ ਤੀਰ ਵੱਜੇ। ਸਗਲ ਅਸ਼ਰਮ ਕੀਨੇ ਮਨੁਆ ਨੈ ਪਤੀਨੇ, ਮਨੁਆ ਤਾਂ ਪਤੀਜਦਾ ਹੀ ਨਹੀਂ, ਤਿਜਦਾ ਹੀ ਨਹੀਂ। ਵਿਵੇਕਹੀਨ, ਵਿਵੇਕ ਮਤ ਜਿਹੜੇ ਸੱਚ ਤੇ ਝੂਠ ਨੂੰ ਜਾਣ ਲੈਂਦੇ ਆ। ਵਿਵੇਕ ਆਪਾਂ ਹਰ ਰੋਜ਼ ਅਰਦਾਸ ਕਰਕੇ ਸਿੱਖ ਕੀ ਮੰਗਦੇ ਆ? ਵਿਵੇਕ ਬੁੱਧ, ਵਿਵੇਕ ਦਾਨ, ਕਿ ਸਾਨੂੰ ਅਕਲ ਦਾਨ ਦਿਓ, ਵਿਵੇਕ ਦਾ ਦਾਨ ਦਿਓ ਜੀ, ਕਿ ਸੱਚ ਤੇ ਝੂਠ ਤੋਂ ਨੂੰ ਮੈਂ ਜਾਣ ਸਕਾਂ, ਬਾਹਰਲੇ ਕੰਮ ਛੱਡ ਕੇ ਮੈਂ ਅੰਦਰਲੇ ਕਰ ਸਕਾਂ। ਪਰ ਵਿਵੇਕਹੀਨ, ਬੁੱਧੀ ਤੋਂ ਬਿਨਾਂ, ਗਿਆਨ ਤੋਂ ਬਿਨਾਂ ਲੋਕ ਆ ਜਿਹੜੇ, ਕੌਣ ਕਹਿ ਰਹੇ ਆ? ਪੰਜਵੇਂ ਪਾਤਸ਼ਾਹ ਜੀ, ਦੇਹੀ ਧੋਏ। ਇਹ ਦੇਹੀ ਧੋਂਦੇ ਰਹਿੰਦੇ ਆ ਬਾਰ ਹੀ ਬਾਰ। ਕੋਈ ਪਾਈਆ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ। ਕੋਈ ਐਸਾ ਸਾਧੂ ਸੰਤ ਗੁਰੂ ਗਿਆਨ ਦੇਣ ਵਾਲਾ ਕੋਈ ਗੁਰਮੁਖ ਪਿਆਰਾ ਮਿਲ ਜਾਵੇ, ਇੱਧਰਲੇ ਪਾਸੇ ਨੂੰ ਲਾਉਣ ਵਾਲਾ। ਕੋਈ ਪਾਈਆ ਰੇ ਪੁਰਖ ਵਿਧਾਤਾ, ਕੋਈ ਦੱਸ ਦੇਵੇ ਪੁਰਖ ਵਿਧਾਤੇ ਦਾ ਰਾਹ, ਪਰਮਾਤਮਾ ਦਾ, ਅਕਾਲ ਪੁਰਖ ਦਾ। ਹੁਣ ਇਹ ਗੁਰੂ ਦੱਸਦੇ ਹੀ ਆ, ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸੁਣੋ ਭਾਈ, ਬਾਣੀ ਨੂੰ ਵਿਚਾਰੋ, ਪੜ੍ਹੋ, ਸੁਣੋ, ਸਮਝੋ। ਪਾਰ ਬ੍ਰਹਮ ਕੈ ਰੰਗ ਰਾਤਾ, ਉਹੀ ਗੁਰਬਾਣੀ ਦੀ ਜਿਹੜੀ ਵਿਆਖਿਆ ਅਸਲੀ ਉਹੀ ਕਰ ਸਕਦਾ ਜਿਹੜਾ ਖੁਦ ਤਿੰਨਾਂ ਗੁਣਾਂ ਦੇ ਵਿੱਚੋਂ ਨਿਕਲਿਆ ਹੋਵੇ ਭਾਈ। ਅਸੀਂ ਤਾਂ ਐਵੇਂ ਇੱਕ ਸਿੱਖਣ ਵਾਲੀ ਗੱਲ ਕਰਦੇ ਹਾਂ ਵੀ ਕੀ ਸਮਝਾਇਆ ਜਾ ਰਿਹਾ। ਜਿਹੜਾ ਪਾਰ ਬ੍ਰਹਮ ਦੇ ਰੰਗ ਦੇ ਵਿੱਚ ਰੰਗਿਆ ਗਿਆ, ਕੌਣ ਰੰਗੇ ਹੋਏ ਆ? ਇਹ 35 ਰੰਗੇ ਹੋਏ ਆ ਭਾਈ। ਆ ਜਾਓ, ਸਾਰਾ ਇੱਕ ਇੱਕ ਅੱਖਰ ਫਿੱਟ ਹੋਊਗਾ। ਜੇ ਅਸੀਂ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਹੀ ਸਾਧੂ ਮੰਨ ਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਹੀ ਸੰਤ ਮੰਨ ਲਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਹੀ ਸਭ ਤੋਂ ਵੱਡਾ ਬ੍ਰਹਮ ਗਿਆਨੀ ਮੰਨ ਲਾਂਗੇ, ਸਾਰੇ ਮਸਲੇ ਹੱਲ ਹੋ ਜਾਣਗੇ। ਸਾਡਾ ਸਾਰਾ ਕੁਝ ਇਹ ਸਾਡੇ 35 ਆ, ਇਹਨਾਂ ਦੇ ਲੜ ਲੱਗਣਾ ਸੀ। ਕੋਈ ਪਾਈਐ ਰੇ ਪੁਰਖ ਵਿਧਾਤਾ, ਕੋਈ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜਿਹੜਾ ਵਿਧਾਤਾ ਕਿਸਮਤਾਂ ਲਿਖਣ ਵਾਲਾ ਉਹਦੇ ਨਾਲ ਮਿਲਾ ਦੇਵੇ। ਪਾਰ ਬ੍ਰਹਮ ਕੈ ਰੰਗ ਰਾਤਾ, ਉਹਦੇ ਰੰਗ ਵਿੱਚ ਰੰਗੇ ਜਾਈਏ। ਮੇਰੇ ਮਨ ਕੀ ਦੁਰਮਤ ਮਲ ਖੋਏ, ਮੇਰੇ ਮਨ ਦੀ ਬੁਰੀ ਮਤ ਮੈਲ ਇਹ ਲੈ ਜਾਵੇ। ਤੇ ਕੀ ਸਮਝਾਇਆ ਸਾਨੂੰ? ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਦੁਰਮਤ ਮਲ ਖੋਏ, ਬੁਰੀ ਮੱਤ ਖਤਮ ਹੋ ਜਾਵੇ, ਚੰਗੀ ਮੱਤ ਮਿਲ ਜਾਵੇ। ਇਹ ਬੁਰੀ ਮੱਤ ਦੀ ਮੈਲ ਆ ਜਿਹੜੀ, ਇਹ ਧੋਤੀ ਜਾਵੇ ਬੁਰੇ ਵਿਚਾਰਾਂ ਦੀ। ਤੇ ਗੁਰੂ ਨਾਲ ਜੁੜ ਕੇ ਕੀ ਹੁੰਦਾ? ਇਹੀ ਹੁੰਦਾ ਭਾਈ। ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਹੀਂ ਨਾ ਲੇਖੈ। ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ। ਬਾਹਰਲੇ ਕਰਮ ਕਾਂਡਾਂ ਦੇ ਵਿੱਚ ਜਦੋਂ ਮਨੁੱਖ ਫਸ ਜਾਂਦਾ, ਉਦੋਂ ਨੁਕਸਾਨ ਕੀ ਹੁੰਦਾ? ਮਨੁੱਖ ਕਹਿੰਦਾ ਵੀ ਮੈਂ ਸੰਤੁਸ਼ਟ ਹੋ ਗਿਆ, ਪਰ ਹੋਇਆ ਹੁੰਦਾ ਨਹੀਂ। ਨਿਮਖ ਨਾ ਹੇਤ ਕਰਤਾ,
परमात्मा वाले पासे ਨੂੰ ਹੁਣ ਹੇਤ ਉਧਰ ਅੰਦਰ ਨੂੰ ਸਮਝਿਆ ਹੀ ਨਹੀਂ, ਜਾਣਿਆ ਹੀ ਨਹੀਂ, ਬਸ ਬਾਰ-ਬਾਰ ਦੇਖ ਲਿਆ, ਇੰਨੇ ਤੀਰਥ ਨਹਾ ਲਏ, ਇੰਨਾ ਐਂ ਕਰ ਲਿਆ, ਇੰਨਾ ਐਂ ਕਰ ਲਿਆ, ਬਸ। ਹੁਣ ਨੁਕਸਾਨ ਕੀ ਹੋਏਗਾ? ਜਿਹੜਾ ਬਾਰ-ਬਾਰ ਫਸ ਗਿਆ ਉਹ ਅੰਦਰੋਂ ਹੇਤ ਨਹੀਂ ਪੈਦਾ ਹੋਊਗਾ। ਅੰਦਰੋਂ ਜੇ ਗੁਰਬਾਣੀ ਨਾਲ ਹੇਤ ਪੈਦਾ ਹੋਊਗਾ, ਜੇ ਬਾਹਰੋਂ ਛੱਡਾਂਗੇ ਅਸੀਂ ਉਹੀ ਸਮਾਂ ਗੁਰਬਾਣੀ ਨੂੰ ਪੜ੍ਹਨ ਸੁਣਨ ਸਮਝਣ 'ਤੇ ਲਾਵਾਂਗੇ, ਫਿਰ ਸਾਡਾ ਹੇਤ ਇੱਧਰਲੇ ਪਾਸੇ ਨੂੰ ਪੈਦਾ ਹੋ ਜਾਊਗਾ। ਨਹੀਂ ਕੀ ਹੈ, ਨਿਮਖ ਨਾ ਹੇਤ ਕਰਤਾ, ਮੇਰਾ ਮਨ ਇੱਧਰਲੇ ਪਾਸੇ ਨੂੰ ਥੋੜ੍ਹਾ ਸਮਾਂ ਵੀ ਨਹੀਂ ਲੱਗਦਾ। ਉਲਟਾ ਕੀ ਹੈ, ਗਰਭ ਪੜੈ, ਸਗੋਂ ਹਉਮੈ 'ਚ ਹੋਰ ਪੈ ਜਾਂਦਾ, ਹੋਰ ਹਉਮੈ 'ਚ ਪੈ ਜਾਂਦਾ। ਕਹੀਂ ਨਾ ਲੇਖੈ, ਕਿਸੇ ਲੇਖੇ 'ਚ ਨਹੀਂ ਆਉਂਦਾ, ਕਿਸੇ ਦੀ ਗੱਲ ਨਹੀਂ ਮੰਨਦਾ, ਹਉਮੈ 'ਚ ਆਇਆ ਹੋਇਆ। ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋਂ ਪੇਖੈ। ਜਿਸ ਭੇਟੀਐ ਸਫਲ ਮੂਰਤ, ਜਿਸ ਨੂੰ ਭੇਟ ਵਾਰਤਾ ਹੋ ਜਾਵੇ। ਸਫਲ ਮੂਰਤ ਕੀ ਹੈ? ਗੁਰੂ ਦੀ ਮੂਰਤ ਸਫਲ, ਅਕਾਲ ਮੂਰਤ, ਅਜੂਨੀ ਸਹਿਭੰਗ, ਗੁਰੂ ਦਾ ਗਿਆਨ, ਗੁਰ ਪਰਮੇਸ਼ਰ ਇੱਕੋ ਜਾਨ। ਕਰੈ ਸਦਾ ਕੀਰਤ, ਤਾਂ ਗੁਰੂ ਦੇ ਗਿਆਨ ਦੇ ਰਾਹੀਂ ਗੁਰਪ੍ਰਸਾਦ ਜਦੋਂ ਪ੍ਰਾਪਤ ਹੋ ਜਾਂਦਾ, ਫਿਰ ਅੰਦਰੋਂ ਮਨ ਮੰਨ ਜਾਂਦਾ, ਸਦਾ ਉਹਦੀ ਕੀਰਤੀ ਵੱਲ ਲੱਗ ਜਾਂਦਾ। ਕਿਵੇਂ ਹੁੰਦਾ ਜੀ ਇਹ? ਕਿਵੇਂ ਇੱਧਰੋਂ ਪੱਟ ਕੇ ਉੱਧਰ ਲੱਗਦਾ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ? ਜੇ ਗੁਰੂ ਦੇ ਕੋਲ ਬੈਠਾਂਗੇ, ਗੁਰੂ ਦੀ ਗੱਲ ਨੂੰ ਸੁਣਾਂਗੇ, ਸਮਝਾਂਗੇ, ਗੁਰੂ ਦੇ ਮੁਤਾਬਕ ਚੱਲਾਂਗੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੇ। ਸਿੱਖ ਭਾਈ ਹੁੰਦਾ ਹੀ ਉਹ ਆ ਜੋ ਭਾਣੇ ਦੇ ਵਿੱਚ ਹੋਵੇ। ਜੋ ਵਾਹਿਗੁਰੂ ਤੂੰ ਕੀਤਾ ਸੋ ਵਾਹ ਵਾਹ, ਜੋ ਕਰਾ ਰਿਹਾ ਸੋ ਵਾਹ ਵਾਹ, ਜੋ ਕਰੇਗਾ ਸੋ ਵਾਹ ਵਾਹ। ਉਹਨੂੰ ਬਦਲਿਆ ਨਹੀਂ ਜਾ ਸਕਦਾ, ਉਹਦੇ ਭਾਣੇ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਮਨਮੁਖ ਕੀ ਕਰਦੇ ਆ? ਕਿਸੇ ਨਾ ਕਿਸੇ ਸਾਧ ਸੰਤ ਕੋਲੇ ਜਾ ਕੇ ਕਹਿੰਦੇ ਆ ਵੀ ਉਹਦਾ ਭਾਣਾ ਬਦਲ ਦਈਏ। ਗੁਰੂ ਤੋਂ ਵੱਡਾ ਹੋ ਗਿਆ ਫਿਰ ਉਹ ਸਾਧ ਸੰਤ ਜਿਹੜਾ ਭਾਣਾ ਬਦਲ ਦੂਗਾ। ਜਿਹੜੇ ਗੁਰਸਿੱਖ ਆ ਉਹ ਨਹੀਂ, ਉਹ ਭਾਣੇ ਨੂੰ ਮੰਨਦੇ ਆ ਭਾਈ, ਸਦਾ ਕੀਰਤ ਕਰਦੇ ਆ। ਗੁਰ ਪ੍ਰਸਾਦ ਕੋ ਨੇਤਰੋਂ ਪੇਖੈ, ਗੁਰੂ ਦੀ ਕਿਰਪਾ ਦੇ ਰਾਹੀਂ ਕੋਈ ਆਪਣੇ ਨੇਤਰਾਂ ਦੇ ਨਾਲ ਪ੍ਰਮਾਤਮਾ ਨੂੰ ਦੇਖ ਲਵੇ। ਕਿਹੜੇ ਨੇਤਰ ਆ? ਉਹ ਨੇਤਰ ਵੀ ਗੁਰੂ ਤੋਂ ਮਿਲਦੇ ਆ। ਗਿਆਨ ਦੀਆਂ ਅੱਖਾਂ ਸੇ ਅਖੜੀਆਂ ਬਿਆਨ, ਜਿਨੀ ਦਸੰਦੋ ਮਾਪੀਰੀ। ਮਨ ਹੱਠ ਜੋ ਕਮਾਵੈ, ਤਿਲ ਨਾ ਲੇਖੈ ਪਾਵੈ, ਬਗਲ ਜਿਉਂ ਧਿਆਨ ਲਾਵੈ, ਮਾਇਆ ਰੇ ਧਾਰੀ। ਪੰਜਵੇਂ ਪਾਤਸ਼ਾਹ ਜੀ ਸਮਝਾ ਰਹੇ ਆ, ਮਨ ਹੱਠ ਜੋ ਕਮਾਵੈ, ਜੋ ਆਪਣੇ ਹਉਮੈ ਦੇ ਵਿੱਚ ਹੋਊਗਾ ਉਹ ਮਨ ਦਾ ਹੱਠੀ ਹੋਊਗਾ। ਉਹ ਜਿਹੜਾ ਕੰਮ ਕਰੂਗਾ ਉਹ ਹਉਮੈ ਦੇ ਵਿੱਚ ਆਇਆ। ਜੇ ਉਹਨੂੰ ਕਿਤੇ ਕੋਈ ਕਹੂਗਾ ਵੀ ਜੇ ਤੂੰ ਇਹ ਗਲਤ ਕਰ ਰਿਹਾ ਯਾਰ, ਉਹ ਕਹੂਗਾ ਤੈਨੂੰ ਕੀ ਓਏ, ਮੈਂ ਕਰ ਰਹਾ, ਮੈਂ ਤਾਂ ਕਰੂੰਗਾ। ਮਨ ਹੱਠ ਜੋ ਕਮਾਵੇ, ਫਿਰ ਉਹਨੂੰ ਕੀ ਹੈ? ਜੋ ਕਮਾਈ ਕਰਦਾ ਉਹ ਮਨ ਦੇ ਮੁਤਾਬਕ ਤਿਲ ਨਾ ਲੇਖੈ ਪਾਵੇ। ਤਿਲ ਜਿੰਨੀ ਵੀ ਉਹਦੀ ਪ੍ਰਮਾਤਮਾ ਵਾਲੇ ਪਾਸੇ ਲੇਖੇ 'ਚ ਨਹੀਂ ਪੈਂਦੀ। ਬਗਲ ਜਿਉਂ ਧਿਆਨ ਲਾਵੇ, ਉਹ ਬਗਲੇ ਵਾਲੀ ਉਹਦੇ ਧਿਆਨ ਹੁੰਦਾ। ਨਕਲੀ ਜਿਹੜਾ ਇੱਥੇ ਸਾਨੂੰ ਸਮਝਾਇਆ ਜਾ ਰਿਹਾ, ਅਸਲੀ ਸਿੱਖ, ਕਿਉਂਕਿ ਹੁਣ ਦਾ ਨਾ ਸਾਡੇ 'ਤੇ ਧਿਆਨ, ਅਸਲੀ ਧਰਮੀ ਅਤੇ ਨਕਲੀ ਧਰਮੀ ਜਿਵੇਂ ਕਹਿ ਲਈਏ ਵੀ ਇੱਕ ਤਾਂ MBBS ਕਰਕੇ ਤਾਂ ਡਾਕਟਰ ਬਣਿਆ, ਇੱਕ ਕੱਪੜੇ ਪਾ ਕੇ ਬਣ ਗਿਆ। ਹੁਣ ਜਿਹੜਾ ਕੱਪੜੇ ਪਾ ਕੇ ਬਣ ਗਿਆ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਜਿਹੜਾ ਨਹੀਂ ਡਾਕਟਰ ਬਣਿਆ ਨਾ ਉਹ ਭਲਾ, ਉਹ ਤੋਂ ਕੋਈ ਦਵਾਈ ਤਾਂ ਨਹੀਂ ਲਊਗਾ। ਜਿਹੜਾ ਨਕਲੀ ਬਣ ਕੇ ਬਹਿ ਗਿਆ ਉਹ ਲੋਕਾਂ ਦੀਆਂ ਜਾਨਾਂ ਨਾਲ ਖੇਡੂਗਾ। ਇਸੇ ਤਰ੍ਹਾਂ ਹੀ ਧਰਮੀ ਹੈ। ਅਤੇ ਜਿਹੜਾ ਨਕਲੀ ਹੋਇਆ ਉਹਦੀ ਬਗਲੇ ਦੀ ਸਮਾਧੀ ਹੋਊਗੀ। ਬਗਲ ਜਿਉਂ ਧਿਆਨ ਲਾਵੈ, ਮਾਇਆ ਰੇ ਧਾਰੀ। ਹੁਣ ਨਿਗਾਹ ਕਿੱਥੇ ਹੋਊਗੀ? ਧਿਆਨ ਤਾਂ ਆਪਦੇ ਜਿਹੜੇ ਉੱਧਰ ਲਾਊਗਾ। ਬਾਣੀ ਪੜ੍ਹੂ, ਸੁਣੂ, ਸਮਝੂ, ਮੇਰੇ ਵਰਗਾ ਕਥਾ ਕੀਰਤਨ ਵੀ ਕਰੂਗਾ, ਸਾਰਾ ਕੁਛ। ਪਰ ਪਰਖਣ ਦੀ ਇੱਕ ਨੁਕਤਾ ਜਿਹੜਾ ਸਮਝਾ ਰਹੇ ਆ ਵੀ ਧਿਆਨ ਹੋਏਗਾ ਮਾਇਆ ਵਾਲੇ ਪਾਸੇ। ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖੋ ਦਾਈ, ਪ੍ਰਭ ਕੀ ਕਥਾ ਸੁਨਾਈ। ਕੋਈ ਐਸਾ ਹੋਵੇ ਵੀ ਜਿਹੜਾ ਸਾਡੇ ਅੰਦਰ ਸੁੱਖਾਂ ਨੂੰ ਪੈਦਾ ਕਰਨ ਵਾਲੀ ਪ੍ਰਭੂ ਦੀ ਕਥਾ ਸੁਣਾ ਦੇਵੇ। ਮਾਇਆ ਦੀ ਕਥਾ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਕਥਾ ਸੁਣਾ ਦੇਵੇ। ਤਿਸ ਭੇਟੇ ਗਤ ਹੋਏ ਹਮਾਰੀ, ਉਹਦੇ ਨਾਲ ਮਿਲਾਪ ਕਰਨਾ ਭਾਈ। ਹੁਣ ਗੁਰੂ ਜੀ ਸਾਨੂੰ ਪੰਜਵੇਂ ਪਾਤਸ਼ਾਹ ਜੀ ਨਕਲੀ ਬਾਰੇ ਤੇ ਅਸਲੀ ਬਾਰੇ ਸਮਝਾ ਰਹੇ ਆ ਵੀ ਨਕਲੀਆਂ ਕੋਲੇ ਨਾ ਬਗਲੇ ਵਰਗੇ ਜਿਹੜੇ ਫਿਰਦੇ ਆ। ਹੁਣ ਕੱਪੜੇ ਤਾਂ ਉਹੋ ਜਿਹੇ ਹੀ ਪਾਏ ਹੁੰਦੇ ਆ, ਸਾਰਾ ਕੁਝ ਉਸੇ ਤਰ੍ਹਾਂ ਹੀ ਹੁੰਦਾ ਵੀ ਉਹ ਅੰਦਰਲਾ ਫਰਕ ਹੁੰਦਾ। ਅਤੇ ਜਿਹੜਾ ਪਰਮਾਤਮਾ ਵਾਹਿਗੁਰੂ ਦੇ ਨਾਲ ਰੂਹ ਜੁੜੀ ਹੈ, ਗੁਰਮੁਖ ਪਿਆਰੇ ਆ, ਗੁਰੂ ਦੇ ਨਾਲ ਜੁੜੇ ਆ। ਦੇਖੋ ਭਾਈ,
ਸਿੱਖ ਆ ਸਿੱਖਿਆ ਲੈਣੀ, ਜਦੋਂ ਅੰਮ੍ਰਿਤਧਾਰੀ ਹੋ ਗਿਆ ਮੈਂ ਤਾਂ ਸਮਝਦਾ ਵੀ ਵਿਆਹ ਹੋ ਜਾਂਦਾ। ਫਿਰ ਨਹੀਂ, ਗੁਰੂ ਤੋਂ ਬਿਨਾਂ ਫਿਰ ਕੋਈ ਹੋਰ ਗੱਲ ਹੈ ਹੀ ਨਹੀਂ, ਬੰਦਾ ਕਰ ਹੀ ਨਹੀਂ ਸਕਦਾ। ਜੇ ਗੁਰੂ ਦੀ ਅਸਲੀ ਪਤਨੀ ਬਣ ਗਏ, ਗੁਰੂ ਦੇ ਪ੍ਰਚਾਰਕ ਬਣ ਗਏ, ਗੁਰੂ ਦੇ ਨੌਕਰ ਬਣ ਗਏ, ਕੁਝ ਵੀ ਹੋ ਗਿਆ, ਕਿਤੇ ਵੀ ਅਸਰ ਹੋ ਗਿਆ, ਫਿਰ ਗੁਰੂ ਤੋਂ ਬਿਨਾਂ ਨਹੀਂ ਕੋਈ ਗੱਲ ਹੋਣੀ। ਤਿਸ ਭੇਟੇ ਗਤ ਹੋਏ ਹਮਾਰੀ, ਜੇ ਐਸੇ ਗੁਰਮੁਖ ਪਿਆਰਿਆਂ ਨਾਲ ਮਿਲੋਗੇ ਉਹ ਕੀ ਕਰਨਗੇ? ਉਹ ਗੁਰਮੁਖ ਪਿਆਰੇ ਵੀ ਕੀ ਕਰਨਗੇ ਜੇ ਮਿਲਣਾ ਤਾਂ ਆਖਰ ਕੱਲ ਇੱਥੇ ਹੀ ਆ ਕੇ ਮੁੱਕਣੀ ਹੈ। ਉਹ ਵੀ ਕਹਿਣਗੇ ਭਾਈ ਆਓ ਗੁਰੂ ਦੇ ਲੜ ਲੱਗੋ। ਬਸ ਆਹੀ ਸਾਰਾ ਸਮਝਾਇਆ ਜਾ ਰਿਹਾ। ਗੁਰਬਾਣੀ ਤੋਂ ਬਿਨਾਂ ਸਾਡਾ ਸਰ ਹੀ ਨਹੀਂ ਸਕਦਾ। ਮੱਛੀ ਪਾਣੀ ਤੋਂ ਬਿਨਾਂ ਤੇ ਸਿੱਖ ਬਾਣੀ ਤੋਂ ਬਿਨਾਂ। ਬਾਣੀ ਦੀ ਵੀ ਇਹ ਆ ਵੀ ਸਮਝ ਹੋਵੇ, ਸਾਰਾ ਕੁਝ ਪੜ੍ਹੀਏ ਸੁਣੀਏ ਸਮਝੀਏ। ਹੁਣ ਸਾਰਾ ਕੁਝ ਸਮਝਾਇਆ ਜਾ ਰਿਹਾ ਬਿਲਕੁਲ ਸਾਹਮਣੇ ਕਿ ਇੱਕ ਪਰਮਾਤਮਾ ਦੀ ਕਥਾ ਸੁਣਾਉਂਦਾ, ਇੱਕ ਮਾਇਆ ਦੀ ਕਥਾ ਕਰਦਾ। ਇੱਕ ਪਰਮਾਤਮਾ ਦੇ ਮਿਲਾਪ ਵਾਸਤੇ ਧਰਮੀ ਬਣਿਆ, ਇੱਕ ਮਾਇਆ ਕਮਾਉਣ ਵਾਸਤੇ ਧਰਮੀ ਬਣਿਆ। ਬਿਲਕੁਲ ਸਪਸ਼ਟ ਗੱਲਾਂ। ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ। ਸੋ ਪ੍ਰਸੰਨ, ਜਿਹੜਾ ਇਹ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਉੱਪਰ ਹੋ ਗਿਆ, ਸਿਰਫ ਪ੍ਰਮਾਤਮਾ ਦੀ ਕਥਾ ਵੱਲ ਹੋ ਗਿਆ। ਸਿਰਫ ਜਿੰਨਾ ਕੁ ਸਮਾਂ ਆਪਣੇ ਕੀਮਤੀ ਸਮੇਂ 'ਚੋਂ ਕੱਢ ਕੇ ਘਰ ਪਰਿਵਾਰ ਵਾਲੇ ਪਾਸੇ ਉਹ ਵੀ ਕੰਮ ਕਰਨੇ ਆ, ਬਾਹਰਲੇ ਵੀ ਜ਼ਰੂਰੀ ਹੈ, ਬੱਚੇ ਵੀ ਪਾਲਣੇ ਆ, ਸਾਰਾ ਕੁਝ ਜ਼ਰੂਰੀ ਹੈ। ਪਰ ਸਮੇਂ 'ਚੋਂ ਸਮਾਂ ਕੱਢ ਕੇ ਜਿੰਨਾ ਵੀ ਸਮਾਂ, 1 ਘੰਟਾ ਅੱਧਾ ਘੰਟਾ ਜਿੰਨਾ ਵੀ ਕੱਢ ਸਕਦੇ ਆ, ਉਦੋਂ ਬਿਲਕੁਲ ਧਿਆਨ ਇੱਧਰਲੇ ਪਾਸੇ ਨੂੰ ਹੋਵੇ। ਜਿਵੇਂ ਬੱਚਾ ਧਿਆਨ ਦੇ ਨਾਲ ਕਲਾਸ ਦੇ ਵਿੱਚ ਸੁਣਦਾ, ਇਸ ਤਰ੍ਹਾਂ ਅਸੀਂ ਸੁਣੀਏ ਤੇ ਫਿਰ ਕੀ ਹੋਏਗੀ? ਪ੍ਰਸੰਨਤਾ ਪ੍ਰਾਪਤ ਹੋ ਜਾਏਗੀ। ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਮਾਇਆ ਦੇ ਬੰਧਨ ਸਾਡੇ ਕੱਟੇ ਜਾ ਸਕਦੇ ਆ। ਕਿਵੇਂ? ਗੁਰ ਕੈ ਸ਼ਬਦ ਮੇਰਾ ਮਨ ਰਾਤਾ। ਦੱਦੇ ਨੂੰ ਸਿਹਾਰੀ ਆ, ਗੁਰਬਾਣੀ ਦੀ ਵਿਆਕਰਨਾ ਵੱਖਰੀ। ਬੰਧਨ ਮਾਏ, ਮਾਇਆ ਦੇ ਬੰਧਨ ਸਾਨੂੰ ਸਾਰਿਆਂ ਨੂੰ ਪਏ ਹੋਏ ਆ। ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੇ ਰਾਹੀਂ ਇਹ ਕੱਟੇ ਜਾ ਸਕਦੇ ਆ। ਮੇਰਾ ਮਨ ਰਾਤਾ, ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ ਮੇਰਾ ਮਨ ਰੰਗਿਆ ਗਿਆ। ਸਦਾ ਸਦਾ ਆਨੰਦ। ਫਿਰ ਕੀ ਹੋ ਗਿਆ? ਨਿਸ਼ਾਨੀ ਕੀ ਹੈ ਭਾਈ? ਨਾਨਕ ਭਗਤਾਂ ਸਦਾ ਵਿਗਾਸ, ਜਿਹਦਾ ਕਾਰਜ ਹੋ ਗਿਆ ਉਹ ਮਾਇਆ ਵਾਸਤੇ ਨਹੀਂ ਭੱਜਿਆ ਫਿਰੂਗਾ। ਫਿਰ ਜਿਹੜੇ ਪੁਰਾਤਨ ਸਿੱਖ ਸੀ ਸਾਰੇ, ਜਿੰਨੀਆਂ ਕਿੰਨੀਆਂ ਕੁਰਬਾਨੀਆਂ ਕਰ ਗਏ, ਉਹ ਮਾਇਆ ਤੇ ਡੋਲੇ ਹੀ ਨਹੀਂ। ਸਾਡੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕੀ ਕੁਝ ਦਿੰਦੇ ਸੀ, ਉਹ ਨਹੀਂ ਡੋਲੇ। ਉਹ ਫਿਰ ਸੱਚ ਦੇ ਰਸਤੇ ਤੋਂ ਨਹੀਂ ਡੋਲਦੇ ਭਾਈ। ਸਦਾ ਸਦਾ ਆਨੰਦ, ਸਦਾ ਦਾ ਆਨੰਦ ਪ੍ਰਾਪਤ ਕਰ ਸਕਦੇ ਹਾਂ ਅਸੀਂ। ਭੇਟਿਓ ਨਿਰਭੈ ਗੋਬਿੰਦ। ਜੇ ਭੈਆਂ ਤੋਂ, ਮਾਇਆ ਦੇ ਵਿੱਚ ਭੈ ਆ, ਸਾਰੇ ਡਰ ਆ, ਡਰਦਾ ਡਰਦਾ ਬੰਦਾ ਰਹਿੰਦਾ। ਜਿੰਨਾ ਚਿਰ ਡਰ ਦੇ ਵਿੱਚ ਆ ਮਨੁੱਖ, ਉਨਾ ਚਿਰ ਆਨੰਦ ਨਹੀਂ ਪ੍ਰਾਪਤ ਕਰ ਸਕਦਾ, ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਪਰਮਾਤਮਾ ਦੇ ਨਾਲ ਜੁੜਨਾ ਨਿਰਭੈ ਹੋ ਕੇ। ਨਿਰਭੈ ਕਿਹਨੇ ਕਰਨਾ? ਜਿਹੜਾ ਨਿਰਭਉ ਤੇ ਨਿਰਵੈਰ ਆ। ਪਰਮਾਤਮਾ ਵਾਹਿਗੁਰੂ, ਵਾਹਿਗੁਰੂ ਦਾ ਰੂਪ ਆ ਗੁਰੂ। ਗੁਰੂ ਨੇ ਵਹਿਮ ਭਰਮ ਤੌਖਲੇ ਸਾਰੇ ਕੱਟ ਕੇ ਨਿਰਭੈ ਕਰ ਦੇਣਾ। ਗੋਬਿੰਦ, ਗੋਬਿੰਦ ਦੇ ਨਾਲ ਮਿਲਾ ਦੇਣਾ ਪਰਮਾਤਮਾ ਨਾਲ। ਸੁਖ, ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਲਾਦੇ, ਇਹ ਪੰਜਵੇਂ ਨਾਨਕ ਜੀ ਫਰਮਾਨ ਕਰ ਰਹੇ ਹਨ ਕਿ ਪਰਮਾਤਮਾ ਜਿਹਨੂੰ ਨੂੰ ਲੱਭਦੇ ਫਿਰਦੇ ਸੀ ਜੰਗਲਾਂ ਬੇਲਿਆਂ ਦੇ ਵਿੱਚ, ਗੁਰੂ ਦੇ ਰਾਹੀਂ, ਗੁਰਪ੍ਰਸਾਦ ਦੇ ਰਾਹੀਂ ਜਦੋਂ ਟਿਕ ਕੇ ਇਹ ਗਿਆਨ ਸੁਣਿਆ ਕਿ ਉਹ ਤਾਂ ਅੰਦਰਲੀ ਗੱਲ ਆ, ਬਾਹਰਲੇ ਯਤਨ ਮੇਰੇ ਸਾਰੇ ਹੀ ਫੇਲ ਆ। ਜਦੋਂ ਹੀ ਮੈਂ ਸਰੀਰ ਨਾਲ ਜੁੜ ਗਿਆ, ਸਰੀਰਕ ਕਰਮਕਾਂਡ ਹੋ ਗਏ, ਇਹਦਾ ਮਤਲਬ ਅੰਦਰ ਨਹੀਂ ਜਾਊਂਗਾ ਮੈਂ। ਇਹ ਜਿਹੜਾ ਕੱਟਿਆ ਗਿਆ ਉਹਦੇ ਵਿੱਚ ਹਉਮੈ ਸਾਰੀ ਤਿੰਨਾਂ ਗੁਣਾਂ ਦੇ ਵਿੱਚ। ਜਦੋਂ ਗੁਰੂ ਨਾਲ ਕੋਈ ਜੁੜਦਾ ਤਾਂ ਉਧਰਲਾ ਬਿਲਕੁਲ ਉਲਟ ਰਸਤਾ ਇਹ। ਇਸੇ ਕਰਕੇ ਹੀ ਹੈ ਨਾ ਅਸੀਂ ਪੁੱਠੇ ਹੋਏ ਆ। ਜਦੋਂ ਸਿੱਧੇ ਹੋਏ ਦੇਖਾਂਗੇ ਤਾਂ ਦੁਨੀਆ ਉਲਟ ਦਿਸੂਗੀ ਸਾਰੀ। ਤਾਂ ਹੀ ਤਾਂ ਕਿਹਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੋਵੇ। ਲੱਭ ਜਾਂਦੇ ਹਨ ਪਰਮਾਤਮਾ ਵਾਹਿਗੁਰੂ ਜੀ। ਹਰ ਚਰਨ ਭਰਾਤਾ, ਹਰੀ ਦੇ ਚਰਨਾਂ ਦੇ ਵਿੱਚ ਰੰਗਿਆ ਗਿਆ। ਹਰੀ ਦੇ ਚਰਨਾਂ 'ਚ ਤਾਂ ਰੰਗਿਆ ਜਾਣਾ ਜੇ ਗੁਰੂ ਦੇ ਚਰਨਾਂ 'ਚ ਰੰਗੇ ਜਾਵਾਂਗੇ, ਗੁਰੂ ਦੇ ਉਪਦੇਸ਼ਾਂ 'ਚ ਰੰਗੇ ਜਾਵਾਂਗੇ, ਗੁਰੂ ਦੇ ਗਿਆਨ 'ਚ ਰੰਗੇ ਜਾਵਾਂਗੇ। ਕਿਉਂਕਿ ਪਰਮਾਤਮਾ ਦੇ ਚਰਨ, ਪਰਮਾਤਮਾ ਤਾਂ ਅੰਦਰ ਹੀ ਹੈ, ਸਾਰਾ ਅੰਦਰੋਂ ਹੀ ਮਿਲਾਪ ਹੋਣਾ ਗੁਰੂ ਦੇ ਚਰਨਾਂ ਨਾਲ, ਗੁਰਬਾਣੀ ਨਾਲ। ਗੁਰਬਾਣੀ ਦੇ ਚਰਨ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕੀ ਹੈ? ਗੁਰੂ ਦੇ ਉਪਦੇਸ਼। ਇਹਨਾਂ ਉਪਦੇਸ਼ਾਂ ਨਾਲ ਜੁੜਨਾ, ਗੁਰਬਾਣੀ ਨਾਲ ਜੁੜਨਾ, ਗਿਆਨ ਨਾਲ ਜੁੜਨਾ, ਆਪਣੀਆਂ ਬੁਰਾਈਆਂ ਨੂੰ ਖਤਮ ਕਰਨਾ, ਆਪਣੇ ਆਪ ਨੂੰ ਸਵਾਰਨਾ। ਆਪ ਸਵਾਰਾ ਹੈ, ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ।
ਇੱਥੇ ਹੀ ਇਹ ਕਾਰਜ ਕਰਨ ਵਾਲਾ, ਜਿਉਂਦਿਆਂ ਹੀ ਕਾਰਜ ਕਰਨ ਵਾਲਾ ਗੁਰੂ ਦੇ ਰਾਹੀਂ ਹੁੰਦਾ। ਭਾਈ ਇੱਥੇ ਤੱਕ ਕਲੀਅਰ ਹੋ ਗਿਆ? ਬਿਲਕੁਲ ਕੋਈ ਹੈਗੀ ਆ ਤਾਂ ਸਵਾਲ ਕਰ ਸਕਦੇ ਆ। ਇੱਥੇ ਤੱਕ ਬਿਲਕੁਲ ਕਲੀਅਰ ਆ ਵੀ ਸਾਡਾ ਆਤਮਾ ਤੇ ਪ੍ਰਮਾਤਮਾ ਦਾ ਵਿਛੋੜਾ ਵਿੱਚ ਕਾਰਨ ਕੀ ਹੈ? ਹਉਮੈ। ਹਉਮੈ ਦੀਰਘ ਰੋਗ ਹੈ ਦਾਰੂ ਬੀਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਨਿਕਲ ਗਈ। ਧਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੇ। ਹਉਮੈ ਨਿਕਲ ਗਈ ਤਾਂ ਮਿਲਾਪ ਹੋ ਗਿਆ। ਕਿਵੇਂ ਹੋਣਾ? ਗੁਰੂ ਦੇ ਰਾਹੀਂ। ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਉਦੋਂ ਬਾਅਦ ਜਦੋਂ ਜੀਵਨ ਪ੍ਰਾਪਤ ਹੋ ਗਿਆ ਆਨੰਦਤ, ਜਿਹਨੂੰ ਕਹਿੰਦੇ ਆਪਾਂ ਸਤਿਗੁਰ ਕੈ ਜਨਮੈ ਗਬਨ ਮਟਾਇਆ, ਤੇ ਫਿਰ ਕਿਸੇ ਵੀ ਕਰਮਕਾਂਡ ਦੀ ਲੋੜ ਨਹੀਂ ਰਹਿਣੀ। ਆਨੰਦਤ ਮਹਿਸੂਸ ਕਰਾਂਗੇ। ਪੂਰਾ ਮਿਲਾਪ ਵਾਲਾ ਜਿਹੜਾ ਦੁੱਖ ਆ, ਆਤਮਿਕ ਦੁੱਖ ਆ, ਉਹ ਸਾਰੇ ਕੱਟੇ ਜਾਣਗੇ। ਕਿਉਂਕਿ ਜਿੰਨਾ ਚਿਰ ਸਾਡੀ ਆਤਮਾ ਤੇ ਪਰਮਾਤਮਾ ਦਾ ਵਿਛੋੜਾ, ਉਨਾ ਚਿਰ ਸਾਨੂੰ ਦੁੱਖ ਆ, ਆਤਮਿਕ ਦੁੱਖ ਅੰਦਰਲੇ। ਤੇ ਜਦੋਂ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋ ਗਿਆ ਇਸੇ ਜੀਵਨ ਦੇ ਵਿੱਚ ਹੀ, ਹੁਣ ਹੀ, ਕਿਉਂਕਿ ਗੁਰਬਾਣੀ ਦਾ ਇਹੀ ਸਭ ਤੋਂ ਵੱਡਾ ਲੌਜਿਕ ਆ, ਸਭ ਤੋਂ ਵੱਡੀ ਕਰਾਮਾਤ ਗੁਰਬਾਣੀ ਦੀ ਇਹੀ ਆ, ਬੰਦਾ ਆਪਣਾ ਕਾਰਜ ਆਪ ਕਰ ਸਕਦਾ। ਬੰਦਾ ਖੁਦ ਮਹਿਸੂਸ ਕਰ ਸਕਦਾ ਵੀ ਹਾਂ ਮੈਂ ਮੁਕਤ ਹੋ ਗਿਆ, ਮੈਨੂੰ ਕਾਸੇ ਦੀ ਲੋੜ ਨਹੀਂ। ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋ ਗਿਆ, ਬਸ ਉਦੋਂ ਬਾਅਦ ਕਹਾਣੀ ਖਤਮ। ਜੀਵਨ ਆਨੰਦਤ, ਸਤਿਗੁਰ ਕੈ ਜਨਮੈ ਗਬਨ ਮਟਾਇਆ। ਫਿਰ ਕੀ ਹੋਏਗਾ? ਸਫਲ ਸਫਲ ਭਈ ਸਫਲ ਯਾਤਰਾ। ਫਿਰ ਭਾਈ ਤੇਰੀ ਯਾਤਰਾ ਸਫਲ ਆ, ਤੇਰਾ ਜੱਗ ਤੇ ਆਇਆ ਸਫਲ ਆ। ਗੁਰੂ ਦੇ ਨਾਲ ਜੁੜ ਕੇ ਅੰਦਰਲਾ ਕਾਰਜ ਕਰ ਲੇਗਾ ਤਾਂ ਤੇਰੀ ਯਾਤਰਾ ਸਫਲ ਆ। ਜੇ ਤੇਰਾ ਅੰਦਰਲਾ ਕਾਰਜ ਨਾ ਹੋਇਆ ਫਿਰ ਤੂੰ ਕੀ ਹੋਣਾ? ਅੰਦਰੋਂ ਪਹਿਲਾਂ ਮਨ ਨੇ ਜਨਮਾਂ ਜਨਮਾਂਤਰਾਂ ਦੇ ਵਿੱਚ ਪੈਣਾ। ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ ਲੋਭੀ, ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਫਿਰ ਉਦੋਂ ਬਾਅਦ ਜਿਹੜਾ ਜਦੋਂ ਇਹ ਪਏ ਹੋਏ ਦਾ ਕਾਰਜ ਨਹੀਂ ਹੋਇਆ, ਮੰਨ ਲਓ ਸਮਾਂ ਹੋ ਗਿਆ, ਮੰਨ ਲਓ ਮੈਨੂੰ 70 ਸਾਲ ਮਿਲੇ ਆ ਕਾਰਜ ਕਰਨ ਨੂੰ, ਮੈਂ ਕਾਰਜ ਅੰਦਰਲਾ ਕੀਤਾ ਨਹੀਂ, 70 ਸਾਲ ਦਾ ਸਮਾਂ ਪੂਰਾ ਹੋ ਗਿਆ, ਸਰੀਰ ਦਾ ਸਮਾਂ ਖਤਮ। ਤੇ ਇਹ ਜੂਨਾਂ 'ਚ ਪਿਆ ਹੋਇਆ, ਤੇ ਇਹ ਵੀ ਕਿਹਾ ਜਾਂਦਾ ਉਦੋਂ ਬਾਅਦ ਵੀ ਫਿਰ ਜੂਨਾਂ 'ਚ ਹੀ ਪਊਗਾ, ਕੋਈ ਛੁੱਟਣ ਦਾ ਹੈ ਹੀ ਨਹੀਂ, ਜਦੋਂ ਹੁਣੇ ਹੀ ਨਹੀਂ ਛੁੱਟਿਆ। ਗੁਰਬਾਣੀ ਜੜੋਂ ਖਤਮ ਕਰਦੀ ਹੈ। ਜਾੜਾ ਜੂਨੀਆਂ ਸਾਡਾ ਮਨ ਪਿਆ ਹੋਇਆ, ਇਸ ਟਾਈਮ ਪਿਆ ਹੋਇਆ, ਹੁਣੇ ਹੀ ਕਾਰਜ ਕਰਨ ਵਾਲਾ ਇਹ ਜਿਹੜਾ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰਿਆ। ਮੋਏ ਹੋਏ ਜੋ ਮੁਕਤ ਹੋਗੇ, ਮੁਕਤ ਨਾ ਜਾਣੇ ਕੋਈ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ, ਮਿਲੇ ਸਾਦਾ ਰਹਾਓ ਦੂਜਾ। ਆਉਣ ਜਾਣ ਖਤਮ ਹੋ ਗਿਆ, ਆਨੰਦਤ ਮਹਿਸੂਸ ਕਰਦੇ ਹਾਂ, ਕਿਸੇ ਕਾਸੇ ਦੀ ਲੋੜ ਨਹੀਂ, ਆਨੰਦ ਹੀ ਆਨੰਦ ਹੈ, ਰਹਾਓ ਦੂਜਾ। ਪਹਿਲਾ ਰਹਾਓ ਕੀ ਸੀ? ਸਾਡਾ ਮਨ ਜੂਨੀਆਂ ਦੇ ਵਿੱਚ ਪਿਆ ਹੋਇਆ, ਅਨਕ ਜਨਮ ਭਰਮ ਥਿਤ ਨਹੀਂ ਪਾਈ। ਇਹ ਸਵਾਲ ਸੀ ਜਿਹੜਾ ਪਹਿਲੀ ਰਹਾਉ ਸੀ ਵੀ ਅਨੇਕਾਂ ਜੂਨੀਆਂ ਦੇ ਵਿੱਚ ਭਰਮਦਾ ਆਇਆ, ਮੈਨੂੰ ਟਿਕਾਊ ਨਹੀਂ ਮਿਲਿਆ, ਮੈਨੂੰ ਸ਼ਾਂਤੀ ਨਹੀਂ ਮਿਲੀ। ਤੇ ਇੱਧਰ ਕੀ ਆ ਹੁਣ ਜਿਹੜੀ ਅਖੀਰ ਦੇ ਵਿੱਚ ਰਹਾਉ ਦੂਜਾ ਆ ਗਿਆ। ਇਹ ਕੀ ਹੋ ਗਿਆ? ਟਿਕਾਊ ਮਿਲ ਗਿਆ, ਜੂਨੀਆਂ ਖਤਮ ਹੋ ਗਈਆਂ। ਕਦੋਂ? ਜਦੋਂ ਮੈਂ 100% 100% ਗੁਰੂ ਦੇ ਨਾਲ ਜੁੜਿਆ, ਗੁਰਬਾਣੀ ਦੇ ਨਾਲ ਜੁੜਿਆ ਤੇ ਆਪਣਾ ਕਾਰਜ ਕੀਤਾ। ਪਹਿਲਾਂ ਧਰਮ ਖੰਡ ਵਿੱਚ ਪਹੁੰਚਿਆ, ਫਿਰ ਗਿਆਨ ਖੰਡ ਦੇ ਵਿੱਚ ਪਹੁੰਚਿਆ, ਫਿਰ ਸ਼ਰਮ ਖੰਡ ਦੇ ਵਿੱਚ ਪਹੁੰਚਿਆ, ਫਿਰ ਕਰਮ ਖੰਡ ਦੇ ਵਿੱਚ ਪਹੁੰਚਿਆ, ਤੇ ਫਿਰ ਸੱਚਖੰਡ ਦੇ ਵਿੱਚ ਪਹੁੰਚ ਗਿਆ। ਤੇ ਗੱਲੀ ਯੋਗ ਨਾ ਹੋਈ, ਦੂਜੇ ਪਾਸੇ ਗੱਲਾਂ ਨਾ ਮਿਲਾਪ ਨਹੀਂ ਹੁੰਦਾ, ਤੇ ਇੱਧਰਲੇ ਪਾਸੇ ਪ੍ਰੈਕਟੀਕਲ ਆ। ਜੇ ਕੋਈ ਕਰ ਲਵੇ, ਕੋਈ ਵੀ ਕਰ ਸਕਦਾ, ਗੁਰਬਾਣੀ ਹਾਜ਼ਰ ਆ ਤੇ ਨਾਜ਼ਰ ਆ। ਜਿਹੜਾ ਵੀ ਗੁਰਬਾਣੀ ਨਾਲ ਜੁੜ ਗਿਆ ਉਹਦੀ ਯਾਤਰਾ ਸਫਲ 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 ਭਈ ਸਫਲ ਯਾਤਰਾ, ਆਵਣ ਜਾਣ ਰਹੇ, ਮਿਲੇ ਸਾਦਾ। ਗੁਰੂ ਨਾਲ ਜਦੋਂ ਮਿਲ ਗਏ, ਗੁਰੂ ਸਾਧੂ ਨਾਲ ਜੁੜ ਗਏ, ਤਾਂ ਸਾਡਾ ਸਾਰੀ ਸਾਧਨਾ ਹੋ ਗਈ ਅੰਦਰਲੀ, ਤੇ ਸਾਰਾ ਕੁਝ ਮੁੱਕ ਗਿਆ, ਰਹਾਓ ਦੂਜਾ।
ਹੁਣ ਸਾਨੂੰ ਕੀ ਗਿਆਨ ਆ ਸਾਰੇ ਸ਼ਬਦ ਦਾ ਕਿ ਅਸੀਂ ਬਾਕੀ ਦੇ ਕਰਮ ਕਾਂਡ ਛੱਡ ਕੇ ਜੇ ਗੁਰੂ ਨਾਲ ਜੁੜ ਜਾਵਾਂਗੇ ਤੇ ਫਿਰ ਸਾਨੂੰ ਆਪਣੇ ਆਪ ਦੀ ਸੋਝੀ ਆਊਗੀ, ਆਪਣੇ ਅਕਲ ਆਊਗੀ, ਉਹ ਪ੍ਰਮਾਤਮਾ ਵਾਹਿਗੁਰੂ ਕਿੱਥੇ ਆ ਤੇ ਕਿਵੇਂ ਉਹਦੀ ਪੂਜਾ ਕਰਨੀ ਹੈ, ਇਹ ਸਾਰਾ ਕੁਝ ਪਤਾ ਲੱਗੂਗਾ। ਤੇ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਮਨੁੱਖ ਜਿਹੜਾ ਤਿੰਨਾਂ ਗੁਣਾਂ ਦੇ ਵਿੱਚੋਂ ਨਿਕਲ ਗਿਆ, ਪ੍ਰਮਾਤਮਾ ਦੇ ਕੈਮਰੇ 'ਚ ਆ ਗਿਆ, ਉਹਦਾ ਸਾਥੀ ਬਣ ਗਿਆ, ਉਹਦੇ ਲੇਖੇ ਖਤਮ। ਕਿਉਂ? ਕਿਉਂਕਿ ਪਿਛਲਾ ਲੇਖ ਉਹਨੇ ਖਤਮ ਕਰ ਲਿਆ ਆਪਣਾ ਜੀਵਨ, ਨਵਾਂ ਜੀਵਨ ਸਤਿਗੁਰ ਕੈ ਜਨਮੈ ਗਬਨ ਮਟਾਇਆ ਵਾਲਾ ਮਿਲ ਗਿਆ, ਹੁਣ ਆਨੰਦਤ ਜੀਵਨ ਬਤੀਤ ਹੋਵੇਗਾ। ਸੋ ਗੁਰਮੁਖ ਪਿਆਰਿਓ, ਬੜਾ ਵੱਡਾ ਖਜ਼ਾਨਾ, ਬਹੁਤ ਵੱਡਾ ਖਜ਼ਾਨਾ ਤੇ ਬੜਾ ਸੌਖਾ ਕਰਕੇ ਦੱਸਿਆ ਹੋਇਆ। ਪੰਜਾਬੀ ਦੇ ਵਿੱਚ ਸਾਰਾ ਗਿਆਨ ਆ। ਇਹ ਆਪ ਵੀ ਗੁਰਬਾਣੀ ਦੇ ਲੜ ਲੱਗੀਏ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਲੜ ਲਾਈਏ, ਕਿਤੇ ਇਹ ਜਿਹੜਾ ਹੈ ਅਸੀਂ ਆਪਣਾ ਅੰਦਰਲਾ ਕਾਰਜ ਕਰਨ ਤੋਂ ਬਿਨਾਂ ਹੀ ਨਾ ਦੁਨੀਆ ਤੋਂ ਤੁਰ ਜਾਈਏ। ਉਹ ਚੌਥੇ ਪਦ ਦਾ ਆਨੰਦ ਲੈ ਕੇ ਦੇਖ ਲਈਏ, ਆਨੰਦਤ ਅਵਸਥਾ ਜਿਉਂ ਕੇ ਦੇਖ ਲਈਏ। ਕਹਿੰਦੇ ਥੋੜ੍ਹੀ ਜਿਹੀ ਜਿਉਣੀ ਵੀ ਉਹ ਬਹੁਤ ਸਾਲਾਂ ਵਰਗੀ ਹੁੰਦੀ ਹੈ। ਸੋ ਸਾਡੇ ਕੋਲੇ ਸਾਰਾ ਕੁਝ ਹੈ, ਅਸੀਂ ਗੁਰੂ ਦੇ ਲੜ ਲੱਗੀਏ ਭਾਈ। ਆ ਬਾਹਰਲੇ ਨਕਲੀਆਂ ਤੋਂ ਬਚੀਏ ਤੇ ਅਸਲੀਆਂ ਨਾਲ ਜੁੜੀਏ। ਅਸਲੀ ਹੈ ਗੁਰਬਾਣੀ ਸਾਡੇ ਕੋਲ, ਗੁਰਬਾਣੀ ਦੇ ਮੁਤਾਬਕ ਧਰਮੀ ਬਣੀਏ, ਸਿੱਖ ਬਣੀਏ, ਸਾਰਾ ਕੁਝ ਹੀ ਖਤਮ ਹੋ ਜਾਊਗਾ, ਆਨੰਦਤ ਜੀਵਨ ਪ੍ਰਾਪਤ ਹੋ ਜੂ ਤੇ ਯਾਤਰਾ ਜਿਹੜੀ ਇਹ ਸਫਲ ਹੋ ਜੂ। ਤੇ ਜਿਹਦੀ ਭਾਈ ਸਫਲ ਯਾਤਰਾ ਹੋ ਜੇ ਉਹ ਆਨੰਦ ਦੇ ਨਾਲ ਫਿਰ ਆਪਣੇ ਘਰ ਨੂੰ ਜਾਂਦਾ। ਇਸ ਕਰਕੇ ਸਾਡੀ ਯਾਤਰਾ ਸਫਲ ਹੋ ਸਕਦੀ ਹੈ ਅਗਰ ਅਸੀਂ ਗੁਰਬਾਣੀ ਦੇ ਨਾਲ ਜੁੜੀਏ। ਬਸ ਇਹੀ ਬੇਨਤੀ ਹੈ, ਇਹੀ ਇੱਕੋ ਇੱਕ ਮਕਸਦ ਆ ਮੇਰੇ ਦਿਲ ਦਾ, ਮੇਰੇ ਦਿਲ ਦੀ ਭਾਵਨਾ ਇਹ ਵੀ ਗੁਰਮਤਿ ਦਾ ਸਕੂਲ ਹੋਵੇ, ਘੰਟਾ 2 ਘੰਟੇ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਵੇ, ਗੁਰਬਾਣੀ ਨੂੰ ਪੜ੍ਹਿਆ ਸੁਣਿਆ ਸਮਝਿਆ ਜਾਵੇ ਤਾਂ ਕਿ ਸਾਡਾ ਇਹ ਅੰਦਰਲਾ ਕਾਰਜ ਹੋ ਜਾਵੇ, ਅਸੀਂ ਖੁਸ਼ੀ ਖੁਸ਼ੀ ਇਸ ਦੁਨੀਆ ਤੋਂ ਜਾਈਏ। ਸੋ ਕਰਮਾਂ ਭਾਗਾਂ ਵਾਲੇ ਆ ਭਾਈ ਉਹ ਗੁਰਮੁਖ ਪਿਆਰੇ, ਧੰਨਤਾ ਦੇ ਯੋਗ ਆ ਜਿਹੜੇ ਆਪਣਾ ਕਾਰਜ ਕਰੀ ਬੈਠੇ ਆ। ਆਪਾਂ ਤਾਂ ਬਿਲਕੁਲ ਨਵੇਂ ਚੱਲੇ ਆ, ਪਹਿਲੀ ਕਲਾਸ ਦੇ ਵਿੱਚ ਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ 'ਤੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬਸ ਬਾਕੀ ਗੱਲਾਂ ਨੂੰ ਛੱਡ ਕੇ ਗੁਰਬਾਣੀ ਲੜ ਲੱਗੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਨਗੇ, ਸਾਰਿਆਂ 'ਤੇ ਕਿਰਪਾ ਕਰਨ। ਜਿੰਨੇ ਵੀ ਅੱਜ YouTube ਰਾਹੀਂ ਦੇਖਦੇ ਆ ਗੁਰਮੁਖ ਪਿਆਰੇ ਭਾਈ, ਸਾਰਿਆਂ ਵਾਸਤੇ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਸਾਰੇ ਗੁਰਬਾਣੀ ਨਾਲ ਜੁੜੋ ਤੇ ਆਪਣਾ ਅੰਦਰਲਾ ਕਾਰਜ ਕਰੋ ਤੇ ਆਨੰਦਤ ਜੀਵਨ ਬਤੀਤ ਕਰਕੇ ਜਾਓ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।